श्री नानक पुरुषोत्तम अवरनाथ युगल चरण मम बंदना तर कर माथ गुरु नानक पाद पंकज बंदन पाद पंकज बंदन सिमरो अंगद दोख निकंदन अमरदास गुर हृदय त्यावो श्री गुरु रामदास गुण गावो गुरु अर्जन बिगनन के नासक बिगनन के नासक श्री गुरु हरगोबिंद शुभ समत प्रकाशक गुरु हर राय नमोकार जोरी नमोकार जोरी श्री हर कृष्ण मनाए बहोरी तेग बहादुर परम पाला कृपाला श्री गुरु गोबिंद सिंह विशाला तरों तारा पर पुन पुन सीसा पुन पुन सीसा बंदों बार बार जगदीसा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सोए सतनाम श्री वाहेगुरु साहिब जी चौपई प्रीत संग हिरदा परपूਰਨ दास बुलाए पठायो तूरन कमल नैन आनहो मुझ ऐना कालू सहत जिसे हर पैना ਪ੍ਰੀਤ ਸੰਗ ਹਿਰਦਾ ਪਰ ਪੂਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੇ ਸਾਗਰ ਪਤਿਤ ਪਾਵਨ ਧੰਨ ਸਾਹਿਬ श्री गुरु ग्रंथ साहिब जी महाराज सच्चे पातशाह जी की दया सदका सतसंगत का पवित्र समा आपां नूं प्राप्त होया है। महाराज जी के पवित्र इतिहास की लड़ीवार कथा
ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਦੀਨ ਦਿਆਲ ਸਤਿਗੁਰੂ ਜੀ ਮਹਾਰਾਜ ਜੀ ਦੇ ਪਿਤਾ ਜੀ ਨੇ ਸਤਿਗੁਰਾਂ ਜੀ ਨੂੰ ਖਰਾ ਸੌਦਾ ਕਰਨ ਲਈ 20 ਰੁਪਈਏ ਦੇਣਾ ਕੀਤੇ ਹੈ। ਭਾਈ ਬਾਲਾ ਜੀ ਨੂੰ ਨਾਲ ਤੋਰਿਆ। ਉਹ ਪੈਸੇ ਭਾਈ ਬਾਲਾ ਜੀ ਦੇ ਹੱਥ ਵਿੱਚ ਫੜਾਏ ਹਨ। ਬੜੀਆਂ ਸਿੱਖਿਆਵਾਂ ਸਿਖਾਈਆਂ ਨੇ ਧਨ ਦੇ ਕਮਾਉਣ ਦੀਆਂ। ਮਹਾਰਾਜ ਜਦੋਂ ਨਗਰਾਂ ਸ਼ਹਿਰਾਂ ਨੂੰ ਲੰਘਦੇ ਇੱਕ ਜੰਗਲ ਵਿੱਚ ਆਏ, ਜਿੱਥੇ ਸਾਧੂ ਆਤਮਾ ਬੰਦਗੀ ਪਏ ਕਰਦੇ ਵੇਖੇ। ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਬਾਲਾ, ਇੱਥੋਂ ਸਾਡੇ ਕੋਲੋਂ ਹੁਣ ਅੱਗੇ ਨਹੀਂ ਹੋਰ ਸੌਦਾ ਵੇਖਣ ਨੂੰ ਤੁਰਨ ਨੂੰ ਮਨ ਕਰਦਾ। ਇੱਥੇ ਹੀ ਖਰਾ ਸੌਦਾ ਏ। ਇਸ ਤੋਂ ਲਾਭਦਾਇਕ ਸੌਦਾ ਹੋਰ ਕੋਈ ਹੋ ਨਹੀਂ ਸਕਦਾ। ਇਹਨਾਂ ਸਾਧੂਆਂ ਨੂੰ ਇਹ ਮਾਇਆ ਭੇਟ ਕਰ ਦਈਏ। ਭਾਈ ਬਾਲਾ ਜੀ ਨੇ ਤੇ ਸਮੇਂ ਆਖਿਆ, ਮਹਾਰਾਜ ਆਪ ਦੇ ਪਿਤਾ ਜੀ ਨੇ ਬਾਣੀਆਂ ਦੀ ਤਰ੍ਹਾਂ, ਵਪਾਰੀਆਂ ਦੀ ਤਰ੍ਹਾਂ ਵਪਾਰ ਕਰਨ ਨੂੰ ਇਹ ਪੈਸੇ ਦਿੱਤੇ ਹੈ। ਮਹਾਰਾਜ ਕਹਿੰਦੇ, ਪਿਤਾ ਜੀ ਦੀ ਆਗਿਆ ਹੈ ਕਿ ਸੱਚਾ ਸੌਦਾ ਕਰਨਾ ਹੈ, ਖਰਾ ਸੌਦਾ ਕਰਨਾ ਹੈ, ਤੇ ਇਸ ਤੋਂ ਸੌਦਾ ਖਰਾ ਕੋਈ ਹੋਰ ਹੋ ਨਹੀਂ ਸਕਦਾ। ਸੱਚੇ ਪਾਤਸ਼ਾਹ ਜੀ ਨੇ ਉਹ 20 ਰੁਪਈਏ ਜੋ ਸਾਧੂਆਂ ਦੀ ਭੇਟ ਕਰ ਦਿੱਤੇ। ਸੰਤਰੇਣ ਜੋ ਉਹਨਾਂ ਦੇ ਮਹੰਤ ਸੀ, ਉਹਨਾਂ ਨਾਲ ਮਹਾਰਾਜ ਦੇ ਬਚਨ ਬਲਾਸ ਹੋਏ। ਉਹਨਾਂ ਆਖਿਆ ਕਿ ਇਹਦੀ ਰਸਤ ਸਾਨੂੰ ਲਿਆ ਦਿਓ, ਲੰਗਰ ਅਸੀਂ ਛਕਾਂਗੇ। ਸਤਿਗੁਰਾਂ ਜੀ ਨੇ ਫਿਰ ਉਹਨਾਂ 20 ਰੁਪਈਆਂ ਦੀ ਰਸਤ ਸਤਿਗੁਰਾਂ ਜੀ ਨੇ ਖਰੀਦੀ। ਉਹਦਾ ਲੰਗਰ ਸਾਧੂਆਂ ਨੇ ਤੇ ਸਮੇਂ ਛਕਿਆ। ਮਹਾਰਾਜ ਜਦੋਂ ਵਾਪਸ ਤਲਵੰਡੀ ਆਏ ਹੈ, ਅੱਧਾ ਰਸਤਾ ਲੰਘੇ ਹੈ, ਸਤਿਗੁਰੂ ਜੀ ਤੇ ਸਮੇਂ ਪਿਤਾ ਜੀ ਵੱਲੋਂ ਸੋਚ ਕੇ ਚਿੰਤਾ ਤੁਰ ਹੋਣ ਲੱਗੇ। ਕਿਹਾ, ਭਾਈ ਬਾਲਾ, ਇਹ ਕੀ ਹੋਇਆ? ਹੁਣ ਅਸੀਂ ਪਿਤਾ ਜੀ ਨੂੰ ਕੀ ਜਵਾਬ ਦਿਆਂਗੇ? ਭਾਈ ਬਾਲਾ ਜੀ ਕਹਿੰਦੇ, ਮਹਾਰਾਜ ਮੇਰਾ ਕੀ ਕਸੂਰ ਹੈ? ਜੋ ਤੁਸਾਂ ਮੈਨੂੰ ਆਖਿਆ ਸੀ ਮੈਂ ਤਾਂ ਉਸੇ ਤਰ੍ਹਾਂ ਆਗਿਆ ਦਾ ਪਾਲਣ ਕੀਤਾ ਏ। ਇਉਂ ਸੱਚੇ ਪਾਤਸ਼ਾਹ ਜੀ ਸੋਚਾਂ ਨੂੰ ਕੱਟਣ ਵਾਲੇ ਸਤਿਗੁਰੂ ਆਪ ਹੀ ਆਪਣੇ ਪਿਤਾ ਜੀ ਦੀ ਵੱਲੋਂ ਸੋਚਾਂ ਵਿੱਚ ਪੈ ਗਏ। ਜਦੋਂ ਤਲਵੰਡੀ ਨੇੜੇ ਆ ਗਿਆ ਤੇ ਭਾਈ ਬਾਲਾ ਜੀ ਕਹਿੰਦੇ, ਮੈਂ ਤਾਂ ਆਪਣੇ ਘਰ ਨੂੰ ਆ ਗਿਆ। ਸ੍ਰੀ ਗੁਰੂ ਜੀ ਸੁੱਕੇ ਤਲਾਬ ਦੇ ਕੰਢੇ ਤੇ, ਜਿੱਥੇ ਸੋਹਣਾ ਵਣ ਦਾ ਰੁੱਖ ਹੈ, ਅੱਜ ਵੀ ਮੌਜੂਦ ਹੈ। ਸਤਿਗੁਰੂ ਜੀ ਦੀ ਪਵਿੱਤਰ ਯਾਦਗਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਉੱਥੇ ਜਾ ਬੈਠੇ। ਬਾਬਾ ਕਾਲੂ ਜੀ ਨੂੰ ਪਤਾ ਲੱਗਿਆ। ਭਾਈ ਬਾਲਾ ਜੀ ਨੂੰ ਉਸੇ ਸਮੇਂ ਬੁਲਾ ਲਿਆ, ਪੁੱਛਿਆ ਤੇ ਭਾਈ ਬਾਲਾ ਜੀ ਨੇ ਸਭ ਕੁਝ ਸੱਚ ਦੱਸਿਆ। ਫਿਰ ਮਹਾਰਾਜ ਨੂੰ ਲੱਭਣ ਵਾਸਤੇ ਭਾਈ ਬਾਲਾ ਜੀ ਨੂੰ ਨਾਲ ਲੈ ਤੁਰੇ। ਜਿੱਥੇ ਸੁੱਕੇ ਤਲਾਬ ਦੇ ਮਹਾਰਾਜ ਨੀਵੇਂ ਥਾਂ ਤੇ ਬੈਠੇ ਹੋਏ ਸਨ, ਉੱਥੇ ਜਾ ਕਰਕੇ ਬਾਬਾ ਕਾਲੂ ਜੀ ਨੇ ਬੜਾ ਤਾੜਦਿਆਂ ਹੋਇਆਂ ਸ੍ਰੀ ਗੁਰੂ ਜੀ ਨੂੰ ਚਪੇੜਾਂ ਮਾਰ ਦਿੱਤੀਆਂ। ਮਹਾਰਾਜ ਦੇ ਨੇਤਰਾਂ ਚੋਂ ਨੀਰ ਵਹਿਣ ਲੱਗਾ। ਬੇਬੇ ਨਾਨਕੀ ਜੀ ਨੇ ਮਹਾਰਾਜ ਦੇ ਤੇ ਸਮੇਂ ਕੋਲ ਹੋ ਕਰਕੇ ਪਿਤਾ ਜੀ ਦਾ ਹੱਥ ਪਕੜ ਲਿਆ ਤੇ ਗੁਰੂ ਸਾਹਿਬ ਜੀ ਨੂੰ ਗਲਵੱਕੜੀ ਵਿੱਚ ਲੈ ਕਰਕੇ ਨਗਰ ਵੱਲ ਨੂੰ ਤੁਰ ਪਏ। ਆਪਣੇ ਪੱਲੂ ਨਾਲ ਹੰਝੂ ਪੂੰਝਦੇ ਆ ਸੱਚੇ ਪਾਤਸ਼ਾਹ ਜੀ ਦੇ। ਮਾਤਾ ਤ੍ਰਿਪਤਾ ਜੀ ਵੀ ਚਿੰਤਾ ਕਰਦੇ ਹੋਏ ਬਾਹਰ ਆ ਗਏ ਸਨ। ਦੂਰੋਂ ਜਦੋਂ ਮਹਾਰਾਜ ਜੀ ਨੂੰ ਵੇਖਿਆ ਤੇ ਮੁਖੜੇ ਤੇ ਨੀਲ ਪਏ ਹੋਏ ਆ, ਨੇਤਰਾਂ ਚੋਂ ਨੀਰ ਵਹਿ ਰਿਹਾ। ਮਾਤਾ ਜੀ ਦਾ ਇਹੋ ਜਿਹਾ ਮਨ ਵਿੱਚ ਪਿਆਰ ਦਾ ਜਿਹੜਾ ਉਤਸ਼ਾਹ ਆਇਆ ਕਿ ਮਹਾਰਾਜ ਨੂੰ ਆਪਣੇ ਗਲ ਵਿੱਚ ਲੈ ਕਰਕੇ ਮਾਤਾ ਜੀ ਬਰਾਗ ਕਰਨ ਲੱਗ ਗਏ। ਇਹੋ ਜਿਹੀ ਬਰਾਗ ਦੀ ਝੜੀ ਲਾਈ, ਮਹਾਰਾਜ ਦੇ ਅੰਗ ਹੀ ਭਿਉਂ ਦਿੱਤੇ ਸਾਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਤਾ ਜੀ ਨੇ ਜਦੋਂ ਮਹਾਰਾਜ ਸਾਹਿਬ ਦੇ ਇਉਂ ਚਪੇੜਾਂ ਮਾਰੀਆਂ ਸੀ ਤੇ ਨਗਰ ਦੇ ਵਾਸੀ ਵੀ ਵੇਖ ਰਹੇ ਸਨ।
ਉਹਨਾਂ ਨੇ ਜਾ ਕੇ ਕਿਸੇ ਨੇ ਛੇਤੀ ਨਾਲ ਰਾਏ ਬੁਲਾਰ ਜੀ ਨੂੰ ਦੱਸ ਦਿੱਤਾ ਕਿ ਰਾਏ ਬੁਲਾਰ ਜੀ, ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਪੇੜਾਂ ਮਾਰ ਦਿੱਤੀਆਂ, ਜਿਨ੍ਹਾਂ ਦਾ ਕੋਮਲ ਸੁਭਾਅ ਏ, ਦਿਆਲੂ ਤੇ ਕਿਰਪਾਲੂ ਨੇ, ਕਿਸੇ ਨੂੰ ਭੁੱਖਾ ਨਹੀਂ ਵੇਖ ਸਕਦੇ, ਕਿਸੇ ਨੂੰ ਨਿਰਵਸਤਰ ਨੰਗਾ ਨਹੀਂ ਵੇਖ ਸਕਦੇ, ਤੇ ਵਸਤਰ ਦੇ ਦਿੰਦੇ ਆ, ਭੁੱਖਿਆਂ ਨੂੰ ਭੋਜਨ ਛਕਾ ਦਿੰਦੇ ਆ। ਉਹਨਾਂ ਨੇ 20 ਰੁਪਈਆਂ ਦਾ ਭੋਜਨ ਜਿਹੜਾ ਉਹ ਛਕਾ ਦੇਣਾ ਕੀਤਾ ਸਾਧੂ ਮਹਾਤਮਾ ਨੂੰ। ਇਸ ਕਰਕੇ ਬਹੁਤ ਜ਼ਿਆਦਾ ਬਾਬਾ ਕਾਲੂ ਜੀ ਨੇ ਜਿਹੜਾ ਹੈ ਉਹਨਾਂ ਨੂੰ ਤਾੜਨਾ ਕੀਤਾ, ਬੜਾ ਡਰਾਉਣਾ ਕੀਤਾ, ਨਿਰਾਦਰ ਕੀਤਾ ਏ। ਰਾਏ ਜੀ ਨੇ ਜਦੋਂ ਸੁਣਿਆ, ਬੜਾ ਰਾਏ ਜੀ ਦੇ ਮਨ ਦੇ ਅੰਦਰ ਰੋਸ ਆਇਆ। ਮਨ ਵਿੱਚ ਸੋਚਦੇ ਐ, ਮੇਰੀ ਇਸ ਨਗਰੀ ਦੇ ਅੰਦਰ ਇਹ ਪਾਪ ਹੋਇਆ, ਇਹਦਾ ਦੋਸ਼ ਮੈਨੂੰ ਲੱਗੇਗਾ। ਇਸ ਤਰ੍ਹਾਂ ਰਾਏ ਜੀ ਮਨ ਵਿੱਚ ਵਿਚਾਰ ਕਰਦੇ ਹਨ। ਕੋਈ ਇਉਂ ਖਿਆਲ ਵੀ ਕਰਦੇ ਐ ਕਿ ਜਿਹੜਾ ਉਸ ਸਮੇਂ ਰੁਪਈਏ ਤਾਂ ਹੁੰਦੇ ਨਹੀਂ ਸੀਗੇ, ਤੇ ਇਹ 20 ਰੁਪਈਏ ਜਿਹੜੇ ਐ ਇਹ ਦੱਸੇ ਜਾਂਦੇ ਐ, ਤੇ ਇਹ ਢੁਕਾ ਕੇ ਉਹ ਸਾਬਤ ਕਰਨਾ ਚਾਹੁੰਦੇ ਐ ਕਿ ਸਾਖੀ ਜਿਹੜੀ ਹੈ ਉਹ ਸੱਚੀ ਨਹੀਂ ਹੈ। ਸਾਧ ਸੰਗਤ ਜੀ, ਸਮੇਂ ਦੇ ਮੁਤਾਬਕ ਬੋਲੀ ਦੇ ਸ਼ਬਦ ਬਦਲ ਜਾਂਦੇ ਐ। ਕਵਿਰਾਜ ਦੇ ਸਮੇਂ ਵਿੱਚ ਜਿਹੋ ਜਿਹੇ ਬੋਲੀ ਦੇ ਸ਼ਬਦ ਹੁੰਦੇ ਸਨ, ਉਹਨਾਂ ਨੂੰ ਕਵੀ ਜੀ ਨੇ ਪ੍ਰਯੋਗ ਕੀਤਾ ਹੈ। ਫਿਰ ਅੰਗਰੇਜ਼ ਦੇ ਸਮੇਂ ਵਿੱਚ ਭਾਵੇਂ ਇਹ ਮੋਹਰਾਂ ਬਦਲੀਆਂ, ਕਿਉਂਕਿ ਜਿਹਦਾ ਰਾਜ ਹੁੰਦਾ ਉਹ ਆਪਣਾ ਹੀ ਸਿੱਕਾ ਜਿਹੜਾ ਉਹ ਜਾਰੀ ਕਰ ਦਿੰਦਾ ਹੈ। ਉਸ ਸਮੇਂ ਇਸਲਾਮਕ ਰਾਜ ਸੀਗਾ, ਜੋ ਕਾਰਖਰ ਤੇ ਰਜਤਪਣ ਇਸ ਪ੍ਰਕਾਰ ਨਾਮ ਜਿਹੜੇ ਉਹ ਜ਼ਿਕਰ ਆਉਂਦਾ ਹੈ। ਪਰ ਸਮਝਾਉਣ ਲਈ ਉਹਨਾਂ ਦਾ ਜ਼ਿਕਰ ਜਿਹੜਾ ਰੁਪਈਆਂ ਵਿੱਚ ਕੀਤਾ। ਕਈ ਇਹੋ ਜਿਹੇ ਮਨ ਦੇ ਅੰਦਰ ਖਿਆਲ ਕਰਕੇ ਕਿ ਕਿਸ ਤਰੀਕੇ ਨਾਲ ਗੁਰੂ ਸਾਹਿਬ ਦੀ ਸਾਖੀ ਨੂੰ ਝੁਠਲਾਈਏ, ਤੇ ਉਹ ਆਪਣੇ ਢੰਗ ਤਰੀਕੇ ਲੱਭਦੇ ਰਹਿੰਦੇ ਐ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਜੀਵਨ ਜੇ ਸ਼ਰਧਾ ਦੇ ਤਲ ਤੋਂ ਸੁਣੀਏ ਤਾਂ ਫਿਰ ਹੀ ਕੋਈ ਕਿਣਕਾ ਮਾਤਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਤੇ ਜੇ ਤਰਕ ਦੇ ਆਧਾਰ ਤੇ ਹੀ ਸੁਣੀਏ, ਹਰ ਵੇਲੇ ਤਰਕ ਹੀ ਧਾਰਨ ਕਰ ਰੱਖੀਏ। ਇਹ ਹੈ ਕਿ ਤਰਕ ਤੇ ਦਲੀਲ ਜ਼ਰੂਰ ਇਹ ਨਤਾਰਾ ਕਰ ਦਿੰਦੀ ਹੈ, ਪਰ ਜਿੱਥੇ ਸ਼ਰਧਾ ਹੁੰਦੀ ਹੈ ਨਾ, ਉੱਥੇ ਫਿਰ ਤਰਕ ਤੇ ਦਲੀਲ ਥੱਲੇ ਰਹਿ ਜਾਂਦੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੋ ਇਹ ਕਵਿਰਾਜ ਨੇ ਜੀਵਨ ਇਤਿਹਾਸ ਵਿੱਚ 20 ਰੁਪਈਆਂ ਦਾ ਜ਼ਿਕਰ ਕੀਤਾ ਹੈ, ਤੋ ਉਸ ਸਮੇਂ ਜਿਹੜਾ ਹੈ ਆਪਣੇ ਤਰੀਕੇ ਨਾਲ ਰੁਪਈਆਂ ਨੂੰ ਜਿਹੜਾ ਸੀ ਉਸ ਸਮੇਂ ਦੀ ਕਰੰਸੀ ਦੇ ਹਿਸਾਬ ਨਾਲ ਨਾਮ ਲਿਆ ਜਾਂਦਾ ਸੀਗਾ। ਤੋ ਕਵਿਰਾਜ ਨੇ ਰਜਤਪਣ ਵੀ ਕਿਹਾ ਤੇ ਜਿਹੜੇ ਹਨ ਕਾਰਖਿਰ ਵੀ ਕਿਹਾ ਹੈ। ਤੇ ਇਉਂ ਜਿੱਧਰ ਨੂੰ ਇਹ ਅਰਥ ਜਿਹੜੇ ਆ ਜਿਸ ਤਰ੍ਹਾਂ ਸਰੋਤੇ ਨੂੰ ਚੰਗੀ ਤਰ੍ਹਾਂ ਸਮਝ ਪੈ ਜਾਣ, ਉਹਨਾਂ ਸ਼ਬਦਾਂ ਦੀ ਵਰਤੋਂ ਜਿਹੜੀ ਹੈ ਆਪਣੇ ਸਮੇਂ ਦੇ ਅੰਦਰ ਜੋ ਬੋਲੀ ਵਰਤੀ ਜਾਂਦੀ ਹੈ, ਐਵੇਂ ਵਿਦਵਾਨ ਜ਼ਿਕਰ ਕਰਦੇ ਹੈ। ਤੇ ਬੋਲੀਆਂ ਜਿਹੜੀਆਂ ਉਹ ਵੀ ਸ਼ਬਦ ਤਬਦੀਲ ਹੁੰਦੇ ਰਹਿੰਦੇ ਹੈ। ਤੋ ਇਸ ਕਰਕੇ ਕਦਾ ਸਤਿਗੁਰਾਂ ਦੇ ਜੀਵਨ ਕੌਤਕ ਦੇ ਮਨ ਦੇ ਅੰਦਰ ਕੋਈ ਸ਼ੰਕਾ ਮਨ ਦੇ ਅੰਦਰ ਨਹੀਂ ਰੱਖਣਾ ਚਾਹੀਦਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਜਦੋਂ ਰਾਏ ਬੁਲਾਰ ਜੀ ਨੇ ਸੁਣਿਆ ਹੈ, ਤੇ ਰਾਏ ਬੁਲਾਰ ਜੀ ਸੁਣ ਕਰਕੇ ਕਿਵੇਂ ਆਪਣੇ ਮੁਖ ਤੋਂ ਬਚਨ ਕਹਿੰਦੇ ਹੈ, ਅੱਗੇ ਕੀ ਇਤਿਹਾਸ ਆ ਰਿਹਾ ਹੈ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰਾਂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰੀਤ ਸੰਗ ਹਿਰਦਾ ਭਰਪੂਰਨ। ਪ੍ਰੇਮ ਦੇ ਨਾਲ ਰਾਏ ਜੀ ਦਾ ਹਿਰਦਾ ਜਿਹੜਾ ਸੀ ਨਾ,
ਉਹ ਭਰ ਗਿਆ ਜਦੋਂ ਸੁਣਿਆ ਹੈ ਕਿ ਸ੍ਰੀ ਗੁਰੂ ਜੀ ਦਾ ਨਰਾਦਰ ਕੀਤਾ ਏ। ਪ੍ਰੇਮ ਦੇ ਨਾਲ ਹਿਰਦਾ ਪਰਿਪੂਰਨ ਹੋ ਗਿਆ, ਭਰ ਗਿਆ ਲਬਾਲਬ। ਦਾਸ ਬੁਲਾਏ ਪਠਾਇਓ ਤੂਰਨ। ਆਪਣਾ ਇੱਕ ਨੌਕਰ ਜਿਹੜਾ ਸੀ ਦਾਸ, ਉਹ ਰਾਏ ਜੀ ਨੇ ਬੁਲਾਇਆ ਤੇ ਬੜੀ ਛੇਤੀ ਨਾਲ ਉਸ ਨੂੰ ਭੇਜਣਾ ਕੀਤਾ। ਕਮਲ ਨੈਣ ਅਨਹੋ ਮੁਝ ਐਨਾ। ਕਿਹਾ ਨੌਕਰ ਨੂੰ ਕਿ ਕਮਲ ਸ਼੍ਰੀ ਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਮੇਰੇ ਘਰ ਲੈ ਕਰਕੇ ਆਵੋ। ਕਾਲੂ ਸਹਿਤ ਜਿਸੇ ਹਰ ਭੈ ਨਾ। ਤੇ ਬਾਬਾ ਕਾਲੂ ਨੂੰ ਵੀ ਨਾਲ ਲੈ ਕਰਕੇ ਆਓ, ਜਿਸ ਨੂੰ ਪਰਮੇਸ਼ਰ ਦਾ ਜਿਹੜਾ ਹੈ ਉਹ ਭੈ ਨਹੀਂ ਹੈ ਮਨ ਦੇ ਅੰਦਰ। ਅਸ ਕਹੈ ਕ੍ਰੋਧ ਅਦਕ ਮਨ ਛਾਵਾ। ਇਸ ਤਰ੍ਹਾਂ ਕਹਿ ਕੇ ਬਾਬਾ ਕਾਲੂ ਜੀ ਨੂੰ ਲਿਆਉਣ ਵਾਸਤੇ ਰਾਏ ਜੀ ਨੇ ਭੇਜ ਦਿੱਤਾ ਹੈ ਆਪਣਾ ਇਹ ਨੌਕਰ। ਤੇ ਇਸ ਤਰ੍ਹਾਂ ਕਹਿੰਦਿਆਂ ਹੋਇਆਂ ਦੇ ਮਨ ਦੇ ਅੰਦਰ ਬਹੁਤ ਜ਼ਿਆਦਾ ਕ੍ਰੋਧ ਆ ਗਿਆ, ਗੁੱਸਾ ਆ ਗਿਆ ਰਾਏ ਜੀ ਨੂੰ। ਫਰਕਤ ਅਦਰ ਹਿਰਦੈ ਦੁਖ ਪਾਵਾ। ਤੇ ਹਿਰਦੇ ਵਿੱਚ ਬੜਾ ਦੁੱਖ ਮੰਨਿਆ ਹੈ ਸ੍ਰੀ ਗੁਰੂ ਜੀ ਨੂੰ, ਜਿਹੜਾ ਚਪੇੜਾਂ ਮਾਰੀਆਂ ਨਾ ਰਾਏ ਜੀ ਨੇ, ਬਹੁਤ ਹਿਰਦੇ ਵਿੱਚ ਦੁੱਖ ਮੰਨਿਆ ਹੈ। ਇਸ ਪ੍ਰਕਾਰ ਫਿਰ ਪੜੋ। ਫਰਕਤ ਅਦਰ ਹਿਰਦੈ ਦੁਖ ਪਾਵਾ। ਤੇ ਫੜਕ ਰਹੇ ਨੇ ਬੁੱਲ ਗੁੱਸੇ ਦੇ ਨਾਲ, ਬਹੁਤ ਜ਼ਿਆਦਾ ਦੁੱਖ ਮੰਨਿਆ ਹਿਰਦੇ ਵਿੱਚ। ਸੀਤਲ ਸਵਾਸ ਲੇਤ ਬਹੁ ਬਾਰੀ। ਬਹੁਤ ਵਾਰੀ ਲੰਮੇ ਲੰਮੇ ਠੰਡੇ ਠੰਡੇ ਸਵਾਸ ਰਾਏ ਜੀ ਦੁੱਖ ਦੇ ਸਹਿਤ ਲੈਂਦੇ ਨੇ। ਮਮਪੁਰ ਹੋਤ ਅਵਗਿਆ ਭਾਰੀ। ਮਨ ਵਿੱਚ ਸੋਚਦੇ ਐ ਕਿ ਮੇਰੇ ਇਸ ਨਗਰੀ ਦੇ ਅੰਦਰ ਤਾਂ ਭਾਰੀ ਹੈ ਅਵਗਿਆ ਹੋ ਰਹੀ ਹੈ, ਜਿਹੜਾ ਇਹ ਨਰਾਦਰ ਹੋਇਆ ਏ। ਕਲਾਵਾਨ ਕਲਹੀਨ ਕਿਰਪਾਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਤਾਂ ਕਲਾਵਾਨ ਨੇ, ਸ਼ਕਤੀਆਂ ਦੇ ਸਹਿਤ ਹਨ। ਇਸ ਪ੍ਰਕਾਰ ਕਲਪਨਾ ਤੋਂ ਰਹਿਤ ਹਨ, ਜਿਨ੍ਹਾਂ ਦੇ ਅੰਦਰ ਕੋਈ ਆਪਣਾ ਫੁਰਨਾ ਨਹੀਂ, ਉਹ ਤਾਂ ਕਿਰਪਾਲੂ ਸੁਭਾਅ ਹਨ। ਹਵੇਂ ਤਾਂ ਕੋ ਤ੍ਰਿਸਕਾਰ ਵਿਸਾਲਾ। ਤੇ ਸਤਿਗੁਰੂ ਜੀ ਦਾ ਇੰਨਾ ਭਾਰੀ ਤਿਰਸਕਾਰ ਹੋਇਆ ਗੁਰੂ ਨਾਨਕ ਸਾਹਿਬ ਜੀ ਦਾ। ਇਉਂ ਰਾਏ ਜੀ ਮਨ ਦੇ ਅੰਦਰ ਸੋਚਦੇ ਹੋਏ ਬਹੁਤ ਜ਼ਿਆਦਾ ਦੁੱਖ ਮੰਨਦੇ ਆ। ਲੱਗੇ ਮੁਝ ਸਰੀਰ ਸਭ ਦੋਸ਼ੂ। ਇਹ ਸਾਰਾ ਦੋਸ਼ ਜਿਹੜਾ ਹੈ ਮੇਰੇ ਹੀ ਸਰੀਰ ਨੂੰ ਲੱਗੇਗਾ, ਇਹ ਪਾਪ। ਅਸ ਬਿਸੂਰ ਪੁਰ ਸਰਸਤ ਰੋਸੂ। ਤੇ ਇੰਨਿਓ ਬਹੁਤ ਜ਼ਿਆਦਾ ਝੂਰਦੇ ਆ ਰਾਏ ਜੀ ਆਪਣੇ ਮਨ ਦੇ ਅੰਦਰ, ਤੇ ਸਹਿਤ ਗੁੱਸੇ ਦੇ ਹੈ ਮਨ ਬਹੁਤ ਜ਼ਿਆਦਾ ਰਾਏ ਜੀ ਦਾ। ਸੁਖ ਸਾਗਰ ਕੋ ਲੈ ਕਰ ਦਾਸਾ। ਦਾਸ ਜਿਹੜਾ ਨੌਕਰ ਭੇਜਿਆ ਸੀ ਰਾਏ ਜੀ ਨੇ, ਸੁੱਖਾਂ ਦੇ ਸਾਗਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਨਾਲ ਲੈ ਕਰਕੇ ਪਹੁੰਚਿਓ ਤਬ ਬੁਲਾਰ ਕੇ ਪਾਸਾ। ਰਾਏ ਬੁਲਾਰ ਜੀ ਦੇ ਕੋਲ ਤੇ ਸਮੇਂ ਪਹੁੰਚ ਗਿਆ ਨੌਕਰ ਲੈ ਕੇ ਗੁਰੂ ਨਾਨਕ ਸਾਹਿਬ ਜੀ ਨੂੰ। ਪ੍ਰੇਮ ਰੂਪ ਪੂਰਨ ਉਰ ਬਾਰਾ। ਤੇ ਹਿਰਦਾ ਜਿਹੜਾ ਸੀ ਨਾ ਰਾਏ ਜੀ ਦਾ, ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਦੂਰੋਂ ਵੇਖਿਆ ਰਾਏ ਜੀ ਨੇ, ਤੇ ਹਿਰਦਾ ਪਿਆਰ ਦੇ ਨਾਲ ਭਰ ਗਿਆ। ਤੇ ਪਿਆਰ ਦਾ ਉਛਾਲਾ ਜਿਹੜਾ ਸੀ ਉਹ ਨੇਤਰਾਂ ਵਿੱਚ ਜਲ ਆ ਗਿਆ। ਲੋਚਨ ਦਰ ਜਨ ਛੁਟਿਓ ਫੁਹਾਰਾ। ਨੇਤਰਾਂ ਦੇ ਦਰ ਤੋਂ ਜਨੋਂ ਫੁਹਾਰਾ ਹੀ ਛੁੱਟ ਪਿਆ। ਇੰਨਾ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ ਰਾਏ ਜੀ ਦੇ ਕਿ ਵੇਖਦਿਆਂ ਸਾਰੀ ਹਿਰਦਾ ਪ੍ਰੇਮ ਦੇ ਨਾਲ ਬਹੁਤ ਜ਼ਿਆਦਾ ਉਮਗ ਆਇਆ। ਤੇ ਇੰਨਾ ਜ਼ਿਆਦਾ ਮਨ ਭਰ ਗਿਆ ਕਿ ਰਾਏ ਜੀ ਦੇ ਨੇਤਰਾਂ ਤੋਂ ਫੁਹਾਰੇ ਛੁੱਟ ਪਏ ਨੀਰ ਦੇ। ਭਏ ਜਲਜ ਤੇ ਜਲਦ ਸੱਜਲ ਸੋ। ਇਸ ਤਰ੍ਹਾਂ ਬਹੁਤ ਜ਼ਿਆਦਾ ਜਿਹੜੇ ਸੀ ਨਾ ਕਮਲ ਨੇਤਰ, ਉਹ ਜਲ ਦੇ ਨਾਲ ਭਰ ਗਏ, ਜਿਵੇਂ ਬੱਦਲ ਪਾਣੀ ਨਾਲ ਭਰ ਜਾਂਦੇ ਆ। ਨਿਜ ਧਾਰਾ ਗੀਰਤ ਤਲ ਥਲ ਸੋ। ਤੇ ਥਲ ਦੇ ਉੱਤੇ ਭਾਵ ਧਰਤੀ ਦੇ ਉੱਤੇ ਫਿਰ ਬੱਦਲ ਜਿਵੇਂ ਆਪਣੀ ਧਾਰਾ ਗੇਰਦੇ ਆ, ਵਰਖਾ ਕਰਦੇ ਆ। ਇਉਂ ਜਾਣੋ ਕਿ ਰਾਏ ਜੀ ਦੇ ਦੋ ਨੇਤਰ ਜਿਹੜੇ ਆ ਬੱਦਲਾਂ ਵਾਂਗ ਹੀ ਵਰਖਾ ਕਰਨ ਲੱਗ ਗਏ। ਇੰਨਾ ਨੀਰ ਝੜੀ ਲੱਗ ਗਈ ਨੇਤਰਾਂ ਚੋਂ। ਤੂਰਨ ਤਜ ਕਰ ਉਠਿਓ ਪ੍ਰਿਯੰਕਾ। ਛੇਤੀ ਨਾਲ ਹੀ ਰਾਏ ਬੁਲਾਰ ਜੀ ਰਾਜੇ ਐ। ਸ੍ਰੀ ਗੁਰੂ ਜੀ ਜਦੋਂ ਆਏ ਐ ਤੇ ਆਪਣਾ ਪਲੰਘਾ ਛੱਡ ਕਰਕੇ ਬੜੀ ਛੇਤੀ ਨਾਲ ਰਾਏ ਜੀ ਖੜੇ ਹੋ ਗਏ। ਕਰ ਸਤਕਾਰ ਲੀਨ ਭਰ ਅੰਕਾ। ਤੇ ਸਤਕਾਰ ਕਰਦਿਆਂ ਹੋਇਆਂ ਰਾਏ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜੱਫੀ ਪਾ ਲਈ। ਗਦ ਗਦ ਗਿਰਾ ਅਸ਼ਰ ਬਹਿ ਬਾਰੀ। ਨੇਤਰਾਂ ਵਿੱਚੋਂ ਬਹੁਤ ਅਥਰੂ ਬਹਿ ਰਹੇ ਆ, ਪਾਣੀ ਡਿੱਗ ਰਿਹਾ ਲਗਾਤਾਰ।
ਤੇ ਰਾਏ ਜੀ ਦਾ ਜਿਹੜਾ ਮਨ ਹੈ ਨਾ ਉਹ ਗਦ ਹੋ ਗਿਆ। ਇਉਂ ਮਨ ਦੇ ਅੰਦਰ ਜਿਹੜੀ ਸੀ ਅਵਸਥਾ ਉਹ ਕਹਿਣ ਕਥਨ ਤੋਂ ਪਰਾਂ ਹੋ ਗਈ। ਅੰਗ ਭਿਗੋਏ ਕਰੁਣਾ ਧਾਰੀ। ਤੇ ਬਹੁਤ ਜ਼ਿਆਦਾ ਇਸ ਪ੍ਰਕਾਰ ਜਿਹੜੀ ਸੀ ਨਾ ਗਦ ਗਿਰਾ ਬਾਣੀ ਵੀ ਗਦ ਹੋ ਗਈ। ਮੁਖ ਤੋਂ ਰਾਏ ਜੀ ਕੋਲੋਂ ਬੋਲਿਆ ਨਹੀਂ ਜਾਂਦਾ, ਬੋਲ ਵੀ ਅਸਤ ਵਿਅਸਤ ਹੋ ਗਏ। ਅਥਰੂ ਡਿੱਗੀ ਜਾਂਦੇ ਆ, ਪਾਣੀ ਹੀ ਨੇਤਰਾਂ ਚੋਂ ਵਹੀ ਜਾਂਦਾ ਏ। ਅੰਗ ਭਿਗੋਏ ਕਰੁਣਾ ਧਾਰੀ। ਕਿਰਪਾ ਧਾਰੀ ਜੋ ਗੁਰੂ ਨਾਨਕ ਸਾਹਿਬ ਹੈ, ਕਿਰਪਾ ਦੇ ਕਰਨ ਵਾਲੇ ਸਤਿਗੁਰਾਂ ਜੀ ਦੇ ਅੰਗ ਭਿਉਣ ਦਿੱਤੇ ਰਾਏ ਜੀ ਨੇ ਬਰਾਗ ਕਰਦਿਆਂ ਹੋਇਆ। ਬੋਲਨ ਚਹਿਤ ਨਾ ਆਵਤ ਬਾਣੀ। ਬੋਲਣਾ ਚਾਹੁੰਦੇ ਐ ਪਰ ਬੋਲ ਹੀ ਨਹੀਂ ਮੁਖ ਤੋਂ ਹੋ ਰਿਹਾ, ਬੋਲਿਆ ਨਹੀਂ ਜਾਂਦਾ ਰਾਏ ਜੀ ਕੋਲੋਂ। ਇੰਨਾ ਮਨ ਪ੍ਰੇਗ ਦੇ ਪ੍ਰੇਮ ਦੇ ਵੇਗ ਵਿੱਚ ਵਹਿ ਤੁਰਿਆ, ਜਾਣੋ ਕਿ ਪ੍ਰੇਮ ਨਹੀਂ ਆਪਣਾ ਸਰੂਪ ਧਾਰਿਆ ਹੋਵੇ। ਇਹੋ ਜਿਹਾ ਰਾਏ ਜੀ ਦਾ ਪਵਿੱਤਰ ਹਿਰਦਾ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਹੀ ਮਨ ਵੇਗ ਦੇ ਨਾਲ ਵਹਿ ਗਿਆ ਹੈ। ਰਾਏ ਜੀ ਬੋਲਣਾ ਚਾਹੁੰਦੇ ਆ ਪਰ ਇੰਨਾ ਮਨ ਅਸਤ ਵਿਅਸਤ ਹੋ ਗਿਆ ਪ੍ਰੇਮ ਦੇ ਵੇਗ ਵਿੱਚ ਕਿ ਰਾਏ ਜੀ ਕੋਲੋਂ ਬੋਲਿਆ ਹੀ ਨਹੀਂ ਜਾਂਦਾ। ਮਹਾ ਮੋਹ ਮੈਂ ਮਤ ਲਪਟਾਨੀ। ਬਹੁਤ ਪ੍ਰੇਮ ਦੇ ਵਿੱਚ ਜਿਹੜੀ ਸੀ ਮਤ ਉਹ ਲਿਪਟ ਗਈ ਹੈ, ਮਿਲ ਗਈ ਹੈ। ਨਿਕਟ ਜੇ ਨਰ ਕਰੁਣਾ ਮਨ ਠਾਨਹਿ। ਜਿਹੜੇ ਕੋਲ ਵੇਖ ਰਹੇ ਸੀ ਨਾ ਨਗਰ ਦੇ ਵਾਸੀ ਵੀ, ਰਾਏ ਜੀ ਦੇ ਅਮੀਰ ਵਜ਼ੀਰ ਵੀ, ਉਹਨਾਂ ਦੇ ਮਨ ਦੇ ਅੰਦਰ ਬਹੁਤ ਜ਼ਿਆਦੀ ਕਰੁਣਾ ਦਇਆ ਦਾ ਭਾਵ ਬਣ ਗਿਆ ਹੈ। ਸਾਰੇ ਵੇਖਣ ਵਾਲਿਆਂ ਦਾ ਮਨ ਵੀ ਜਿਹੜਾ ਨਾ ਦਰਵ ਗਿਆ ਜਦੋਂ ਖੁਦ ਉਥੋਂ ਦੇ ਰਾਜੇ ਰਾਏ ਬੁਲਾਰ ਜੀ ਇੰਨੇ ਮਨ ਦੇ ਵੇਗ ਵਿੱਚ ਬਹਿ ਗਏ, ਪਿਆਰ ਦੇ ਵੇਗ ਅੰਦਰ। ਤੇ ਜਿਹੜੇ ਵੇਖਣ ਵਾਲੇ ਆ ਫਿਰ ਪੜੋ ਨਿਕਟ ਜੇ ਨਰ ਕਰੁਣਾ ਮਨ ਠਾਨਹਿ। ਉਹਨਾਂ ਨੇ ਮਨ ਦੇ ਅੰਦਰ ਬੜੀ ਕਰੁਣਾ ਠਾਣਦੇ ਹੋਏ ਭਾਵ ਜਿਹੜੀ ਸੀ ਦਇਆ ਹਿਰਦੇ ਦੇ ਅੰਦਰ ਧਾਰਨ ਕਰਦੇ ਹੋਏ ਜਿਹੜੇ ਕੋਲ ਖਲੋਤੇ ਆ। ਕਾਲੂ ਕਉ ਕੁਸ਼ੀਲ ਪਹਿਚਾਨਹਿ। ਜਾਣਦੇ ਆ ਕਿ ਜੋ ਬਾਬਾ ਕਾਲੂ ਜੀ ਹਨ ਇਹਨਾਂ ਦਾ ਸੁਭਾਅ ਬੜਾ ਸਖਤ ਹੈ, ਸ਼ਾਂਤੀ ਵਾਲਾ ਸੁਭਾਅ ਨਹੀਂ ਹੈ। ਰਾਏ ਸੁਨਾਏ ਬਚਨ ਕਹਿ ਨਿੰਦਹਿ। ਰਾਏ ਜੀ ਨੂੰ ਬਚਨ ਸੁਣਾਉਂਦੇ ਹੋਏ ਕਹਿੰਦੇ ਤੇ ਇਉਂ ਬਾਬਾ ਕਾਲੂ ਜੀ ਦਾ ਜਿਹੜਾ ਨਾ ਕੀਤਾ ਹੋਇਆ ਇਹ ਕੰਮ ਮਹਾਰਾਜ ਨੂੰ ਚਪੇੜਾ ਮਾਰਨ ਦਾ, ਇਹਦੀ ਨਿੰਦਾ ਕਰਦੇ ਆ। ਕਰੂਰ ਕਰਮ ਕੀਨੋ ਮਨ ਬਿੰਦਹਿ। ਮਨ ਦੇ ਅੰਦਰ ਇਉਂ ਜਾਣਦੇ ਆ ਸਾਰੇ ਕਿ ਬਹੁਤ ਜ਼ਿਆਦਾ ਜਿਹੜਾ ਨਾ ਮਾੜਾ ਕੰਮ ਕੀਤਾ ਹੈ ਬਾਬਾ ਕਾਲੂ ਜੀ ਨੇ। ਨੀਲ ਕਪੋਲ ਵਿਲੋਕਤ ਲੋਚਨ। ਆਪਣੀਆਂ ਅੱਖਾਂ ਨਾਲ ਰਾਏ ਜੀ ਨੇ ਜਦੋਂ ਸੱਚੇ ਪਾਤਸ਼ਾਹ ਜੀ ਦੀਆਂ ਗੱਲਾਂ ਦੇ ਉੱਤੇ ਪਏ ਹੋਏ ਨੀਲ ਵੇਖੇ ਆ। ਮ੍ਰਿਦਲ ਲਖੇ ਕਰ ਅਸ਼ਰੂ ਮੋਚਨ। ਤੇ ਬਹੁਤ ਜ਼ਿਆਦੇ ਕੋਮਲ ਹਨ ਮਹਾਰਾਜ ਜੀ ਦੀਆਂ ਗੱਲਾਂ ਤੇ ਇਉਂ ਲੱਖ ਕੇ ਜਾਣ ਕੇ ਸਗੋਂ ਰਾਏ ਜੀ ਦੇ ਨੇਤਰਾਂ ਵਿੱਚੋਂ ਹੋਰ ਅਥਰੂ ਡਿੱਗਦੇ ਆ। ਧਰ ਧੀਰਜ ਉਰ ਰਾਏ ਬੁਲਾਰੂ। ਤਦੋਂ ਹਿਰਦੇ ਵਿੱਚ ਧੀਰਜ ਧਾਰ ਕੇ ਨਾ ਕੁਝ ਸਮੇਂ ਬਾਅਦ ਰਾਏ ਬੁਲਾਰ ਜੀ ਵਰਖ ਸਮਰਖ ਹੈ ਕੀਨ ਉਚਾਰੂ। ਬਹੁਤ ਜ਼ਿਆਦਾ ਤੇ ਸਮੇਂ ਪਰਖਦਿਆਂ ਵੇਖਦਿਆਂ ਹੋਇਆਂ ਬੜੇ ਗੁੱਸੇ ਵਿੱਚ ਆ ਕਰਕੇ ਤਾੜਦਿਆਂ ਹੋਇਆਂ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਬੋਲੇ ਆ। ਕਾਲੂ ਕਲ ਹੀ ਕਰੂਰ ਕਠੋਰਾ। ਬਾਬਾ ਕਾਲੂ ਤੇਰਾ ਸੁਭਾਅ ਹੀ ਝਗੜਾਲੂ ਹੈ, ਬੜਾ ਸਖਤ ਹੈ ਤੇ ਇਸ ਪ੍ਰਕਾਰ ਜਿਹੜਾ ਨਿਰਦਈ ਹੈ ਤੇਰਾ ਸੁਭਾਅ। ਏਕ ਨਾ ਮਾਨਿਓ ਤੈ ਬਚ ਮੋਰਾ। ਮੇਰਾ ਕਿਹਾ ਹੋਇਆ ਬਚਨ ਇੱਕ ਵੀ ਬਾਬਾ ਕਾਲੂ ਤੈਂ ਨਹੀਂ ਮੰਨਣਾ ਕੀਤਾ। ਕਰੁਣਾਹੀਨ ਕੁਸ਼ੀਲ ਕੁਢਾਲੀ। ਕਰੁਣਾਹੀਨ ਭਾਵ ਦਇਆ ਤੋਂ ਹੀਨ ਹੈ ਤੇਰਾ ਸੁਭਾਅ ਤੇ ਬੜਾ ਹੀ ਜ਼ਿਆਦਾ ਕੁਸ਼ੀਲ ਹੈ ਭਾਵ ਸਖਤ ਹੈ ਸੁਭਾਅ। ਸ਼ੀਲ ਹੁੰਦਾ ਨਿਮਰਤਾ ਵਾਲਾ ਤੇ ਕੋਸ਼ੀਲ ਭਾਵ ਨਹੀਂ ਸ਼ੀਲਤਾ ਵਾਲਾ ਭਾਵ ਸਖਤ ਹੈ ਸੁਭਾਅ। ਤੇ ਕੁਢਾਲੀ ਜਿਹੜਾ ਤਰੀਕਾ ਵੀ ਹੈ ਨਾ ਤੇਰਾ ਉਹ ਚੰਗਾ ਨਹੀਂ ਹੈ। ਸੁਧ ਪਰਲੋਕ ਹਿਰਦਾ ਤਵ ਖਾਲੀ। ਤੇ ਪਰਲੋਕ ਦੀ ਸੁਧ ਵੱਲੋਂ ਪਰ ਪਰਲੋਕ ਦੇ ਖਿਆਲ ਵੱਲੋਂ ਕਿ ਇੱਕ ਦਿਨ ਸਰੀਰ ਵੀ ਛੱਡ ਕਰਕੇ ਜਾਣਾ ਉਸ ਪਾਸੇ ਵੱਲੋਂ ਹੇ ਬਾਬਾ ਕਾਲੂ ਤੇਰਾ ਹਿਰਦਾ ਖਾਲੀ ਹੈ। ਦਿਨ ਪ੍ਰਤ ਬ੍ਰਿਦਤ ਮਨ ਧਨ ਲੋਭਾ। ਦਿਨ ਪ੍ਰਤੀ ਹਰ ਰੋਜ਼ ਮਨ ਦੇ ਅੰਦਰ ਧਨ ਦਾ ਹੀ ਲੋਭ ਬਹੁਤਾ ਜਿਹੜਾ ਹੈ ਉਹ ਵੱਧਦਾ ਜਾਂਦਾ ਹੈ ਤੇਰੇ। ਸੁਤ ਸੁਸ਼ੀਲ ਕੀ ਲਖਤ ਨਾ ਸ਼ੋਭਾ। ਆਪਣੇ ਨਿਮਰਤਾ ਵਾਲੇ
ਸ਼ਾਂਤੀ ਸੁਭਾਅ ਵਾਲੇ ਪੁੱਤਰ ਦੀ ਸੋਭਾ ਨਹੀਂ ਬਾਬਾ ਕਾਲੂ ਤੂੰ ਜਾਣਦਾ ਹੈ। ਸੁਖ ਇਸ ਲੋਕੇ ਦੀਨ ਬਿਸਾਰੀ। ਇਸ ਲੋਕ ਦੇ ਸੁੱਖ ਵੀ ਤਾਂ ਵਿਸਾਰ ਦਿੱਤੇ ਐ, ਭੁਲਾ ਦਿੱਤੇ ਐ। ਜਿਨ ਪਰਲੋਕ ਪਰ ਡੀਠ ਸੁਧਾਰੀ। ਫਿਰ ਪਿਛਲੀ ਪੰਕਤੀ ਪੜੋ। ਸੁਖ ਇਸ ਲੋਕੇ ਦੀਨ ਬਿਸਾਰੀ। ਜਿਨ੍ਹਾਂ ਨੇ ਇਸ ਲੋਕ ਦੇ ਸੁੱਖਾਂ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ ਏ। ਜਿਨ ਪਰਲੋਕ ਪਰ ਡੀਠ ਸੁਧਾਰੀ। ਜਿਨ੍ਹਾਂ ਨੇ ਪਰਲੋਕ ਦੇ ਉੱਤੇ ਆਪਣੀ ਨਿਗਾਹ ਰੱਖੀ ਹੈ ਨਾ ਸੁਧਾਰ ਕਰਕੇ, ਉਹ ਇਸ ਲੋਕ ਦੇ ਸੁੱਖਾਂ ਨੂੰ ਵਿਸਾਰ ਦਿੰਦੇ ਐ। ਪਰਲੋਕ ਦੇ ਸੁੱਖਾਂ ਤੇ ਜਿਨ੍ਹਾਂ ਨੇ ਆਪਣੀ ਨਿਗਾਹ ਧਾਰੀ ਆ, ਆਪਣਾ ਚਿੱਤ ਟਿਕਾਇਆ ਏ। ਆਸ ਸੁਤ ਉਚਿਤ ਨਾ ਤਵ ਘਰ ਮਾਹੀ। ਏ ਬਾਬਾ ਕਾਲੂ, ਇਹੋ ਜਿਹਾ ਉੱਤਮ ਸੁਪੁੱਤਰ ਤੇਰੇ ਘਰ ਦੇ ਅੰਦਰ ਜੋਗ ਨਹੀਂ ਹੈ। ਛਤਰੀ ਵਰਨ ਕਰਮ ਤਸ ਨਾਹੀ। ਤੇ ਤੇਰਾ ਜਿਹੜਾ ਛਤਰੀਆਂ ਵਾਲਾ ਵਰਨ ਤੇ ਹੈ, ਪਰ ਕਰਮ ਜਿਹੜਾ ਤੇਰਾ ਉਸ ਤਰ੍ਹਾਂ ਦਾ ਨਹੀਂ ਹੈ। ਕਲਪ ਬ੍ਰਿਛ ਜਿਉ ਨਿਪਜਿਹ ਮਾਰੂ। ਜਿਵੇਂ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਮਾਰੂ ਥਲ ਦੇ ਅੰਦਰ ਕਲਪ ਬ੍ਰਿਛ ਪੈਦਾ ਹੋ ਜਾਵੇ। ਤੁਹਾਡਾ ਸੁਭਾਅ ਕਰਖਤ ਵੈ। ਬਾਬਾ ਕਾਲੂ ਜੀ ਦੇ ਸੁਭਾਅ ਨੂੰ ਤਾਂ ਮਾਰੂ ਥਲ ਦੀ ਤਰ੍ਹਾਂ ਕਹਿ ਰਹੇ ਐ। ਬੜਾ ਸਖਤ ਹੈ ਸੁਭਾਅ, ਤੇ ਸ੍ਰੀ ਗੁਰੂ ਜੀ ਦੀ ਦਇਆ, ਮਹਾਰਾਜ ਜੀ ਦਾ ਕਿਰਪਾਲੂ ਸੁਭਾਅ ਕਲਪ ਬ੍ਰਿਛ ਦੀ ਤਰ੍ਹਾਂ। ਬਾਬਾ ਕਾਲੂ ਜੀ ਨੂੰ ਕਹਿੰਦੇ ਆ ਰਾਏ ਬੁਲਾਰ ਜੀ, ਤੁਹਾਡੇ ਘਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਇਹ ਅਵਤਾਰ ਹੋਇਆ, ਜਨਮ ਹੋਇਆ ਹੈ, ਉਹ ਤਾਂ ਇਹ ਜਿਵੇਂ ਮਾਰੂ ਥਲ ਦੇ ਅੰਦਰ ਜਿਹੜਾ ਕਲਪ ਬ੍ਰਿਛ ਪੈਦਾ ਹੋ ਗਿਆ ਏ। ਜੋ ਸੰਵਕ ਤੇ ਮੁਕਤਾ ਚਾਰੂ। ਇਸ ਪ੍ਰਕਾਰ ਜਿਵੇਂ ਕੋਈ ਜਿਹੜਾ ਹੈ ਮਟਰ ਦੀਆਂ ਫਲੀਆਂ, ਮੂੰਗ ਦੀਆਂ ਫਲੀਆਂ ਜਿਹੜੀਆਂ ਹਨ, ਉਹ ਜਾਣੇ ਚਾਰੂ ਸੁੰਦਰ ਮੋਤੀਆਂ ਨੂੰ, ਤੁਸੀਂ ਇਉਂ ਸਮਝਦੇ ਹੋ। ਤਿਉ ਅਜੋਗ ਵਿਦ ਮੈਂ ਲਖ ਲੀਨੀ। ਤਿਉਂ ਜਿਹੜੀ ਯੋਗ ਨਹੀਂ ਨਾ ਵਿਧੀ, ਜਿਹੜੀ ਇਹ ਅਯੋਗ ਹੈ, ਇਹ ਮੈਂ ਲਖ ਲੈਣਾ ਕੀਤੀ ਹੈ, ਜਾਣ ਲੈਣਾ ਕੀਤੀ ਹੈ। ਤੁਹਾਨੂੰ ਸਾਰੀ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ। ਇਉਂ ਰਾਏ ਬੁਲਾਰ ਜੀ ਕਹਿੰਦੇ ਆ ਕਿ ਤੁਸੀਂ ਸਮਝਦੇ ਹੀ ਰਹੇ, ਤੁਹਾਨੂੰ ਪਤਾ ਹੀ ਨਹੀਂ, ਸਾਰ ਹੀ ਨਹੀਂ ਹੈ ਇਹਨਾਂ ਦੀ। ਈਸ਼ਵਰ ਕੀ ਗਤ ਪਰਹਿ ਨਾ ਚੀਨੀ। ਇਹ ਨਿਰੰਕਾਰ ਦੀ, ਈਸ਼ਵਰ ਦੀ ਮਰਜ਼ੀ ਹੈ ਨਾ, ਇਹ ਸਮਝ ਹੀ ਨਹੀਂ ਪੈਂਦੀ। ਨਿਰੰਕਾਰ ਦੀ ਮੌਜ ਹੀ ਹੈ ਨਾ ਐਸੀ ਕਿ ਤੁਹਾਡਾ ਇੰਨਾ ਮਨ ਜਿਹੜਾ ਹੈ ਉਹ ਨਿਰਦਈ ਹੈ। ਤੇ ਇਹੋ ਜਿਹੇ ਨਿਰਦਈ ਦੇ ਘਰ ਵਿੱਚ ਵਾਹਿਗੁਰੂ ਨੇ ਜਿਹੜਾ ਹੈ, ਈਸ਼ਵਰ ਨੇ, ਪਰਮੇਸ਼ਰ ਨੇ ਇਹੋ ਜਿਹਾ ਉੱਤਮ ਜਿਹੜਾ ਬਾਲਕ ਉਹ ਭੇਜਿਆ ਹੈ। ਲੱਜਤ ਕਾਲੂ ਸਭਾ ਮਝਾਰਾ। ਰਾਏ ਬੁਲਾਰ ਜੀ ਦੀ ਸਾਰੀ ਸਭਾ ਦੇ ਅੰਦਰ ਬਾਬਾ ਕਾਲੂ ਜੀ ਤੇ ਸਮੇਂ ਬਹੁਤ ਸ਼ਰਮਿੰਦੇ ਹੋ ਰਹੇ ਆ। ਪੁਨ ਬੁਲਾਰ ਸੋ ਬਚਨ ਉਚਾਰਾ। ਹੁਣ ਫਿਰ ਰਾਏ ਬੁਲਾਰ ਜੀ ਦੇ ਤਾਈ ਬਾਬਾ ਕਾਲੂ ਜੀ ਇਸ ਤਰ੍ਹਾਂ ਕਹਿਣ ਲੱਗੇ, ਮੁਝ ਸੋ ਕਰਤ ਅਦਕ ਤੁਮ ਰੋਸੂ। ਕਿ ਰਾਏ ਜੀ ਤੁਸੀਂ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਗੁੱਸਾ ਕਰ ਰਹੇ ਹੋ। ਹਿਰਦੈ ਵਿਚਾਰੋ ਕਿਹ ਕੋ ਦੋਸ਼ੂ। ਪਰ ਹਿਰਦੇ ਵਿੱਚ ਸੋਚਣਾ ਤਾਂ ਕਰੋ ਕਿ ਗਲਤੀ ਕਿਹਦੀ ਹੈ। ਬਨਜ ਹੇਤ ਘਰ ਤੇ ਦੀਏ ਦਰਬਾ। ਮੈਂ ਵਪਾਰ ਕਰਨ ਵਾਸਤੇ ਤੇ ਘਰ ਤੋਂ ਧਨ ਦੇਣਾ ਕੀਤਾ। ਜਾਏ ਫਕੀਰਨ ਅਰਪਿਓ ਸਰਬਾ। ਉਹ ਸਾਰਾ ਧਨ ਹੀ ਜਾ ਕੇ ਫਕੀਰਾਂ ਨੂੰ ਅਰਪਣ ਕਰ ਦਿੱਤਾ। ਵਹਿਰ ਨਗਰ ਤੇ ਬੈਸਿਓ ਦੁਰ ਕੈ। ਤੇ ਲੁਕ ਕੇ ਮੇਰੇ ਤੋਂ ਬਾਹਰ ਨਗਰ ਤੋਂ ਜਾ ਕੇ ਬੈਠ ਗਏ। ਉੱਤਰ ਨਾ ਦੀਨੋ ਕੋ ਘਰ ਮੁਰ ਕੈ। ਘਰ ਵਾਪਸ ਮੁੜ ਕਰਕੇ ਮੈਨੂੰ ਕੋਈ ਉੱਤਰ ਨਹੀਂ ਦੇਣਾ ਕੀਤਾ। ਬਾਲੇ ਕਹੀ ਹਕੀਕਤ ਸਾਰੀ। ਇਹ ਤਾਂ ਭਾਈ ਬਾਲੇ ਨੇ ਫਿਰ ਸਾਰੀ ਸੱਚੀ ਗੱਲ ਜਿਹੜੀ ਸੀ ਨਾ, ਉਹ ਕਹਿਣਾ ਕੀਤੀ, ਦੱਸਣਾ ਕੀਤੀ ਜੋ ਬੀਤੀ ਸੀਗੀ। ਤਹ ਬੈਸਿਓ ਸਰ ਜਹ ਬਿਨ ਬਾਰੀ। ਦੱਸਿਆ ਭਾਈ ਬਾਲੇ ਨੇ ਕਿ ਉੱਥੇ ਬੈਠੇ ਐ ਜਿੱਥੇ ਸੁੱਕਾ ਤਲਾਬ ਹੈ, ਜਿਹਦੇ ਵਿੱਚ ਪਾਣੀ ਨਹੀਂ ਹੈਗਾ। ਜਬ ਕੋ ਜਨਮਿਓ ਸੁਰਤ ਸੰਭਾਰਾ। ਜਦੋਂ ਤੋਂ ਇਹਨਾਂ ਦਾ ਜਨਮ ਹੋਇਆ ਤੇ ਹੋਸ਼ ਸੰਭਾਲੀ ਹੈ। ਕਈ ਵਾਰ ਇਉ ਸਦਨ ਉਜਾਰਾ। ਕਈ ਵਾਰ ਇਉ ਘਰ ਉਜਾੜਿਆ ਏ। ਸੁਨ ਬੁਲਾਰ ਪੁਨ ਗਿਰਾ ਬਖਾਨੀ। ਸੁਣ ਕੇ ਫਿਰ ਰਾਏ ਬੁਲਾਰ ਜੀ ਨੇ ਅੱਗੋਂ ਬਚਨ ਕਹਿਣਾ ਕੀਤਾ। ਤਬ ਉਰ ਪਾਹਨ ਨਿੰਦਾ ਠਾਨੀ। ਜਿਸ ਸਮੇਂ ਕਹਿਣ ਲੱਗੇ ਕਿ ਹੇ ਕਾਲੂ, ਤੇਰਾ ਹਿਰਦਾ ਪੱਥਰ ਵਰਗਾ ਹੈ, ਜੋ ਤਾਂ ਕੀਤਾ ਇਹ ਚੰਗਾ ਨਹੀਂ ਕੀਤਾ। ਇਉਂ ਰਾਏ ਬੁਲਾਰ ਜੀ ਨੇ ਫਿਰ ਇਸ ਕੀਤੇ ਹੋਏ ਦੀ ਨਿੰਦਾ ਕਰਨਾ ਕੀਤੀ। ਪੁੱਤਰ ਨੇਹ ਨਹਿ ਭੈ ਜਗਤੇਸ਼ਾ। ਨਾ ਹੀ ਪੁੱਤਰ ਦਾ ਪਿਆਰ ਹੈ ਤੇਰੇ ਮਨ ਦੇ ਅੰਦਰ, ਤੇ ਨਾ ਹੀ ਜਗਤ ਦੇ ਮਾਲਕ ਪਰਮੇਸ਼ਰ ਦਾ ਭੈ ਹੈ। ਪਰਮਾਰਥ ਕੀ ਸੁਮਤ ਨਾ ਲੇਸ਼ਾ। ਲੇਸ਼ ਮਾਤਰ, ਥੋੜਾ ਮਾਤਰ ਵੀ ਪਰਮਾਰਥ ਦੇ ਮਾਰਗ ਦੀ ਜਿਹੜੀ ਹੈ
ਉਹ ਕਿਸੇ ਪ੍ਰਕਾਰ ਸੋਝੀ ਨਹੀਂ ਹੈ। ਫਿਰ ਪੜੋ। ਪਰਮਾਰਥ ਕੀ ਸੁਮਤ ਨਾ ਲੇਸ਼ਾ। ਸ੍ਰੇਸ਼ਟ ਮਤ ਨਹੀਂ ਹੈ ਪਰਮਾਰਥ ਦੇ ਰਾਹ ਦੀ, ਕਿ ਜਿਹੜਾ ਹੈ ਇਹ ਸਰੀਰ ਤਿਆਗ ਕਰਕੇ ਇੱਕ ਦਿਨ ਸੰਸਾਰ ਤੋਂ ਜਾਣਾ ਹੈ। ਜਿਹੜਾ ਹੈ ਮੈਨੂੰ ਮੁਕਤੀ ਦੀ ਦਾਤ ਪ੍ਰਾਪਤ ਹੋਵੇ, ਮੈਂ ਕੋਈ ਭਜਨ ਕਰ ਲਵਾਂ। ਇਉਂ ਪਰਮਾਰਥ ਦੀ ਲੇਸ਼ ਮਾਤਰ ਵੀ ਸੋਝੀ ਨਹੀਂ, ਸ੍ਰੇਸ਼ਟ ਮਤ ਨਹੀਂ ਹੈ ਮਨ ਦੇ ਅੰਦਰ। ਲੋਭ ਲਹਿਰ ਔਰ ਸ਼ਰਧਾ ਖਾਲੀ। ਤੇ ਲੋਭ ਦੀ ਲਹਿਰ ਕਰਕੇ ਤੁਹਾਡਾ ਹਿਰਦਾ ਜਿਹੜਾ ਉਹ ਖਾਲੀ ਹੈ ਪ੍ਰੇਮ ਤੋਂ। ਅਜ਼ਮਤ ਸਮਝਤ ਚੇਤਨਾ ਵਿਸਾਲੀ। ਚਿੱਤ ਦੇ ਅੰਦਰ ਇਹਨਾਂ ਦੀ ਭਾਰੀ ਕਰਾਮਾਤ ਅਜ਼ਮਤ ਸ਼ਕਤੀ ਨੂੰ ਹੇ ਬਾਬਾ ਕਾਲੂ ਤੁਸੀਂ ਨਹੀਂ ਸਮਝ ਸਕੇ ਹੋ। ਬਰ ਪਾਰਸ ਘਰ ਪਰ ਹਰ ਉਰ ਤੇ। ਘਰ ਦੇ ਅੰਦਰ ਬਰ ਸ੍ਰੇਸ਼ਟ ਪਾਰਸ ਹੋਵੇ, ਪਰ ਉਸ ਨੂੰ ਤੁਸੀਂ ਤਿਆਗ ਰਹੇ ਹੋ ਆਪਣੇ ਹਿਰਦੇ ਤੋਂ। ਚਾਹਤ ਫਿਰਤ ਸੋ ਕੌਡੀ ਪਰ ਤੇ। ਪਰਾਏ ਕੋਲੋਂ ਕੌਡੀਆਂ ਮੰਗਦੇ ਫਿਰਦੇ ਹੋ। ਇਸ ਤਰ੍ਹਾਂ ਦੀ ਹਾਲਤ ਹੈ ਤੁਹਾਡੀ। ਘਰ ਦੇ ਅੰਦਰ ਤਾਂ ਸ੍ਰੇਸ਼ਟ ਪਾਰਸ ਹੈ, ਭਾਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਹਾਡੇ ਘਰ ਦੇ ਅੰਦਰ ਅਵਤਾਰ ਧਾਰਿਆ, ਤੇ ਤੁਸੀਂ ਮਾਇਆ ਦਾ ਲਾਭ ਜਿਹੜਾ ਹੈ ਪਰਾਇਆ ਤੋਂ ਕੌਡੀਆਂ ਮੰਗਣ ਵਾਂਗ ਕਰਦੇ ਹੋ। ਜੋ ਅਜਾਨ ਕੋ ਪ੍ਰਾਪਤ ਹੀਰਾ। ਜਿਵੇਂ ਕੋਈ ਅਣਜਾਣ ਹੋਵੇ ਤੇ ਉਹਨੂੰ ਹੀਰਾ ਪ੍ਰਾਪਤ ਹੋ ਜਾਵੇ। ਕਿਉਂ ਸੁਖ ਪਾਵਹਿ ਰੰਕ ਅਧੀਰਾ। ਤੇ ਕਿਵੇਂ ਫਿਰ ਸੁਖ ਪਾ ਸਕਦਾ ਹੈ। ਇਸ ਪ੍ਰਕਾਰ ਉਹ ਤਾਂ ਪੱਥਰ ਹੀ ਸਮਝੇਗਾ ਨਾ, ਉਹ ਧੀਰਜ ਨਹੀਂ ਫਿਰ ਧਾਰਨ ਕਰ ਸਕਦਾ, ਕੰਗਾਲ ਦਾ ਕੰਗਾਲ ਹੀ ਰਹਿ ਜਾਵੇਗਾ। ਸ੍ਰੀ ਨਾਨਕ ਤਨ ਧਰ ਕਰ ਹਿੰਦੂ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਆਪਣਾ ਸਰੀਰ ਧਾਰ ਕਰਕੇ ਤੁਹਾਡੇ ਛਤਰੀਆਂ ਦੇ ਗ੍ਰਹਿ ਵਿਖੇ, ਜੋ ਪਹਿਲਾਂ ਇਸ ਪ੍ਰਕਾਰ ਹਿੰਦੂ ਸ਼ਬਦ ਭਾਵੇਂ ਕਵਿਰਾਜ ਜੀ ਨੇ ਵਰਤਿਆ ਹੈ, ਪਰ ਇਸ ਪ੍ਰਕਾਰ ਛਤਰੀਆਂ ਦੇ ਘਰ ਵਿੱਚ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਰਾਏ ਬੁਲਾਰ ਜੀ ਕਹਿੰਦੇ ਹਨ, ਤੁਰਕ ਜਨਮ ਆਪਣੋ ਮਨ ਬਿੰਦੂ। ਪਰ ਮੈਂ ਆਪਣੇ ਤੁਰਕਾਂ ਦੇ ਘਰ ਵਿੱਚ ਇਸਲਾਮ ਦੇ ਵਿੱਚ ਮੇਰਾ ਜਨਮ ਹੋਇਆ, ਬਿੰਦੂ ਮੈਂ ਜਾਣਦਾ ਹਾਂ। ਅਸਮੰਜਸ ਹਵੈ ਹੈ ਨਿਜ ਸਦਮਾ। ਕਿਉਂਕਿ ਮੈਂ ਆਪਣੇ ਘਰ ਵਿੱਚ ਸ੍ਰੀ ਗੁਰੂ ਜੀ ਨੂੰ ਲੈ ਆਵਾਂ ਤੇ ਇਹ ਗੱਲ ਫਿਰ ਬੜੀ ਅਸਮੰਜਸ ਹੈਰਾਨੀ ਵਾਲੀ ਹੋਵੇਗੀ। ਲੋਕ ਅਯੋਗ ਕਹਿਣਗੇ, ਰਾਏ ਜੀ ਦਾ ਤਾਂ ਮਨ ਬਹੁਤ ਇਉਂ ਹੀ ਚਾਹੁੰਦਾ ਹੈ ਕਿ ਮੈਂ ਸ੍ਰੀ ਗੁਰੂ ਜੀ ਨੂੰ ਆਪਣੇ ਮਹਿਲਾਂ ਵਿੱਚ ਰੱਖਾਂ, ਇੱਥੇ ਮਹਾਰਾਜ ਦੀ ਸੇਵਾ ਕਰਾਂ। ਪਰ ਨਾਲ ਹੀ ਰਾਏ ਜੀ ਕਹਿੰਦੇ ਹੈ ਕਿ ਹੁਣ ਤੁਹਾਡੇ ਧਰਮ ਦੇ ਅਨੁਸਾਰ ਜਿਹੜਾ ਹੈ, ਜਿਸ ਤਰ੍ਹਾਂ ਪਹਿਲਾਂ ਇਉਂ ਨਹੀਂ ਸੀ ਨਾ ਸਮਝਿਆ ਜਾਂਦਾ, ਤੇ ਰਾਏ ਜੀ ਉਸੇ ਤਰੀਕੇ ਨਾਲ ਹੀ ਕਹਿੰਦੇ ਆ ਕਿ ਮੇਰਾ ਹੁਣ ਜਿਹੜਾ ਹੈ ਤੁਰਕਾਂ ਦੇ ਘਰ ਦਾ ਜਨਮ ਹੈ। ਤੇ ਪਰ ਰਾਏ ਜੀ ਤਾਂ ਪਿਆਰ ਦਾ ਹੀ ਸਰੂਪ ਹਨ। ਇੰਨੇ ਪਿਆਰ ਦੇ ਨਾਲ ਰਾਏ ਜੀ ਸੱਚੇ ਪਾਤਸ਼ਾਹ ਦੇ ਸਤਿਕਾਰ ਵਿੱਚ ਬਚਨ ਕਹਿੰਦੇ ਐ, ਤੇ ਬਾਬਾ ਕਾਲੂ ਜੀ ਨੂੰ ਕਹਿੰਦੇ ਐ, ਜੇ ਇਉਂ ਨਾ ਹੁੰਦਾ ਤਾਂ ਮੈਂ ਆਪਣੇ ਘਰ ਵਿੱਚ ਹੀ ਸ੍ਰੀ ਗੁਰੂ ਜੀ ਨੂੰ ਰੱਖ ਲੈਣਾ ਸੀਗਾ। ਤੇ ਹੁਣ ਇਹ ਅਸਮੰਜਸ ਗੱਲ ਵੈ, ਬਹੁਤ ਅਯੋਗ ਲੋਕ ਕਹਿਣਗੇ। ਰਾਖੋ ਜੇ ਮੁਕੰਦ ਪਦ ਪਦਮਾ। ਸੱਚੇ ਪਾਤਸ਼ਾਹ ਜਿਨ੍ਹਾਂ ਦੇ ਚਰਨ ਕਮਲ ਹੀ ਜਿਹੜੇ ਹਨ ਉਹ ਮੁਕਤੀ ਦੇ ਦੇਣ ਵਾਲੇ, ਕਮਲਾਂ ਵਰਗੇ ਪਵਿੱਤਰ ਚਰਨ ਹਨ, ਉਹਨਾਂ ਨੂੰ ਤਾਂ ਮੈਂ ਆਪਣੇ ਘਰ ਵਿੱਚ ਹੀ ਸਦਾ ਰੱਖ ਲੈਂਦਾ। ਧਨ ਤ੍ਰਿਸ਼ਨਾ ਕਾਲੂ ਉਰ ਤੇਰੇ। ਇਹ ਬਾਬਾ ਕਾਲੂ, ਧਨ ਦੀ ਤ੍ਰਿਸ਼ਨਾ ਤੁਹਾਡੇ ਹਿਰਦੇ ਵਿੱਚ ਬਹੁਤ ਜ਼ਿਆਦਾ ਏ। ਇਨ ਕੋ ਖਰਚ ਲੇਹੋ ਘਰ ਮੇਰੇ। ਤੇ ਅੱਜ ਤੋਂ ਇਹ ਹੈ ਕਿ ਜਿੰਨਾ ਇਹ ਗੁਰੂ ਨਾਨਕ ਸਾਹਿਬ ਜੀ ਖਰਚ ਕਰਨਗੇ, ਇਹਨਾਂ ਦਾ ਸਾਰਾ ਖਰਚਾ ਜਿਹੜਾ ਮੇਰੇ ਘਰ ਤੋਂ ਤੈ ਲੈਣਾ ਕਰੀ। ਅਸ ਕਹਿ ਦਾਸ ਪਠਾ ਤਤਕਾਲਾ। ਇਸ ਤਰ੍ਹਾਂ ਕਹਿ ਕੇ ਦਾਸ ਜਿਹੜਾ ਸੀ ਇੱਕ ਸੇਵਕ ਭੇਜਿਆ ਬੜੀ ਛੇਤੀ ਨਾਲ। ਜਿਹਰਾਨੀ ਖੋਖਰ ਮਦਸਾਲਾ। ਖੋਖਰ ਜਾਤ ਦੀ ਜਿੱਥੇ ਅੰਦਰ ਰਾਣੀ ਹੈ ਉਹਦੇ ਕੋਲ ਗਿਆ ਘਰ ਦੇ ਅੰਦਰ। 20 ਰਜਤ ਪਣ ਆਨ ਸੋਦੀਨੇ। 20 ਰੁਪਏ ਜਿਹੜੇ ਆ ਤੇ ਸਮੇਂ ਲਿਆ ਕਰਕੇ ਦਿੱਤੇ ਆ। ਲੀਨ ਨਿਰਪਤ ਨਿਜ ਪਾਨ ਪ੍ਰਬੀਨੇ। ਤੇ ਰਾਜਾ ਰਾਏ ਬੁਲਾਰ ਜੀ ਨੇ ਆਪਣੇ ਹੱਥਾਂ ਵਿੱਚ ਤੇ ਸਮੇਂ ਉਹ ਜਿਹੜੇ ਸੀ ਨਾ 20 ਰੁਪਏ ਉਹ ਪਕੜਨਾ ਕੀਤੇ। ਜਬ ਹੈ ਦੇਣ ਲਾਗਿਓ ਕਰ ਕਾਲੂ। ਜਦੋਂ ਦੇਣ ਲੱਗੇ ਬਾਬਾ ਕਾਲੂ ਜੀ ਨੂੰ, ਜਿਨ੍ਹਾਂ 20 ਰੁਪਈਆਂ ਕਰਕੇ ਸ੍ਰੀ ਗੁਰੂ ਜੀ ਨੂੰ ਚਪੇੜਾਂ ਮਾਰ ਦਿੱਤੀਆਂ। ਜਦੋਂ ਰਾਏ ਬੁਲਾਰ ਜੀ ਦੇਣ ਲੱਗੇ, ਹਵੈ ਕਰ ਬੋਲਿਓ ਲੱਜਤ ਵਿਸਾਲੂ। ਬਹੁਤ ਜ਼ਿਆਦਾ ਸ਼ਰਮਸ਼ਾਰ ਹੋ ਕਰਕੇ ਬਾਬਾ ਕਾਲੂ ਜੀ ਤੇ ਸਮੇਂ ਕਹਿਣ ਲੱਗੇ, ਨਹੀਂ ਬਸੂਰਤ ਮੈਂ ਇਹ ਦਰਬਾਰ। ਕਹਿਣ ਲੱਗੇ ਰਾਏ ਜੀ, ਮੈਂ ਇਸ ਧਨ ਕਰਕੇ ਨਹੀਂ ਝੂਰਦਾ ਹਾਂ। ਕਰਤਾ ਸਦਾ ਕੋ ਕਾਰਜ ਸਰਵਾ। ਕਿਉਂਕਿ ਮੈਂ ਇਸ ਕਰਕੇ ਚਿੰਤਤ ਹਾਂ, ਸਾਰੇ ਕੰਮ ਹੀ ਇਹ ਸਦਾ ਹੀ ਜਿਹੜੇ ਹੈ ਨਾ
ਉਹ ਗਲਤ ਕਰਦੇ ਐ, ਉਲਟ ਹੀ ਕਰਦੇ ਹਨ। ਮੁਝ ਪਾਛੇ ਨਿਜ ਘਰ ਵਿਵਹਾਰਾ, ਮੇਰੇ ਤੋਂ ਬਾਅਦ ਵਿੱਚ ਆਪਣੇ ਘਰ ਦਾ ਜੋ ਵਿਵਹਾਰ ਹੈ ਸਾਰਾ, ਕਿਉ ਨਿਰਬਾਹ ਹੈ ਕਰਹੁ ਵਿਚਾਰਾ। ਉਹ ਕਿਵੇਂ ਇਹ ਨਿਭਾਉਣਗੇ, ਕਿਵੇਂ ਨਿਰਵਾਹ ਹੋਵੇਗਾ, ਕਿਵੇਂ ਗੁਜ਼ਾਰਾ ਹੋਵੇਗਾ, ਤੁਸੀਂ ਆਪਣੇ ਮਨ ਦੇ ਅੰਦਰ ਵਿਚਾਰ ਕਰਨਾ ਕਰੋ। ਬਾਬਾ ਕਾਲੂ ਜੀ ਸੰਸਾਰੀਆਂ ਵਾਂਗ ਸੋਚ ਰਹੇ ਹੈ ਕਿ ਜਿਵੇਂ ਪਿਤਾ ਇਹ ਸੋਚਦਾ ਹੈ ਕਿ ਮੇਰੇ ਤੋਂ ਬਾਅਦ ਮੇਰਾ ਪੁੱਤਰ ਕੀ ਕਰੇਗਾ, ਪਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਨਹੀਂ ਵੇਖਦੇ। ਉਹ ਤਾਂ ਸਾਰੇ ਸੰਸਾਰ ਨੂੰ ਰੋਜੀ ਦੇਣ ਵਾਲੇ ਹੈ। ਮਹਾਰਾਜ ਤਾਂ ਰਿਜ਼ਕ ਦਾਤਾ ਹਨ ਸੱਚੇ ਪਾਤਸ਼ਾਹ। ਇਉਂ ਬਾਬਾ ਕਾਲੂ ਜੀ ਕਹਿੰਦੇ ਆ, ਕਿਉਂ ਨਹੀਂ ਤੁਸੀਂ ਮਨ ਵਿੱਚ ਖਿਆਲ ਕਰਦੇ ਕਿ ਮੇਰੇ ਤੋਂ ਬਾਅਦ ਘਰ ਦੇ ਵਿਵਹਾਰ ਇਹ ਕਿਵੇਂ ਚਲਾ ਸਕਣਗੇ। ਤੁਮ ਜੋ ਦੇਨ ਦਰਬ ਅਬ ਲਾਗੇ, ਰਾਏ ਜੀ ਤੁਸੀਂ ਜਿਹੜਾ ਹੁਣ ਧਨ ਮੈਨੂੰ ਜੋ ਦੇਣ ਲੱਗੇ ਹੋ, ਸਰਬ ਸੁਖ ਦੀਨੇ ਕਿਨ ਆਗੇ। ਅੱਗੇ ਜਿਹੜੇ ਸਾਰੇ ਸੁੱਖ ਆ ਉਹ ਮੈਨੂੰ ਕਿਨ ਦਿੱਤੇ ਆ, ਤੁਸਾਂ ਹੀ ਦਿੱਤੇ ਹਨ। ਤਬ ਪ੍ਰਤਾਪ ਸਭ ਕੁਛ ਮੁਝ ਸਦਨਾ, ਤੁਹਾਡੇ ਪ੍ਰਤਾਪ ਕਰਕੇ ਸਾਰਾ ਕੁਝ ਹੀ ਆ ਮੇਰੇ ਘਰ ਦੇ ਵਿੱਚ। ਤਬ ਪ੍ਰਸਾਦ ਕਰ ਦਾਰਦ ਰਦਨਾ, ਤੁਹਾਡੀ ਕਿਰਪਾ ਕਰਕੇ ਹੀ ਜਿਹੜਾ ਦਲਿੱਦਰ ਹੈ ਭਾਵ ਗਰੀਬੀ ਉਹ ਨਾਸ਼ ਕੀਤੀ ਹੈ। ਕਹਿਓ ਰਾਏ ਅਬ ਤੋ ਇਹ ਲੀਜੈ, ਪਰ ਰਾਏ ਬੁਲਾਰ ਜੀ ਕਹਿੰਦੇ ਹੁਣ ਤਾਂ ਬਾਬਾ ਕਾਲੂ ਜੀ ਇਹ ਜਿਹੜੇ ਪੈਸੇ ਆ ਲੈ ਲੈਣਾ ਕਰੋ। ਬਹਰੋ ਜਾਂ ਬਿਦ ਕਾਰਜ ਕੀਜੈ, ਬੋਰੋ ਫਿਰ ਇਸ ਤਰੀਕੇ ਦਾ ਕੰਮ ਕਰਨਾ ਕਰੋ। ਅਸਨ ਬਸਨ ਤੇ ਖਰਚ ਜੋ ਸਰਬਾ, ਜਿਹੜਾ ਹੈ ਵਸਤਰਾਂ ਦਾ, ਭੋਜਨ ਦਾ, ਜਿਹੜਾ ਸਾਰਾ ਇਹਨਾਂ ਦਾ ਖਰਚਾ ਹੈ, ਮਮ ਢਿਗ ਤੇ ਗਿਣ ਕਰ ਲਿਹੁ ਦਰਬਾ। ਮੇਰੇ ਕੋਲੋਂ ਗਿਣ ਕੇ ਸਾਰਾ ਧਨ ਜਿਹੜਾ ਉਹ ਤੁਸੀਂ ਲੈ ਲੈਣਾ ਕਰੋ। ਸੁਤ ਕੀ ਮਹਿਮਾ ਲੱਖ ਨ ਸਕਾਇਆ, ਆਪਣੇ ਪੁੱਤਰ ਦੀ ਮਹਿਮਾ ਬਾਬਾ ਕਾਲੂ ਜੀ ਤੁਸੀਂ ਨਹੀਂ ਜਾਣ ਸਕੇ ਹੋ। ਦਰਬ ਲੋਭ ਹਿਰਦਾ ਬਿਰਮਾਇਆ, ਧਨ ਦੇ ਲੋਭ ਵਿੱਚ ਤੁਹਾਡਾ ਮਨ ਜਿਹੜਾ ਉਹ ਭਰਮਿਆ ਹੋਇਆ ਏ। ਤਨ ਧਨ ਆਨਹਿ ਜਾਣਹਿ ਸੁਖਦਾਇਕ, ਤੁਸੀਂ ਇਉਂ ਸਮਝਦੇ ਹੋ ਕਿ ਜੇ ਧਨ ਕਮਾ ਕਰਕੇ ਲਿਆਉਣ ਤਾਂ ਫਿਰ ਸਮਝਦੇ ਹੋ ਕਿ ਬੜੇ ਸੁੱਖ ਨੂੰ ਦੇਣ ਵਾਲੇ ਹਨ। ਸਤ ਪੰਥੀ ਕੋ ਕਹਿਤ ਨਲਾਇਕ, ਜਿਹੜੇ ਸੱਚ ਦੇ ਮਾਰਗ ਦੇ ਰਾਹ ਤੇ ਜਿਹੜੇ ਚੱਲਣ ਵਾਲੇ ਐ ਤੇ ਉਹਨਾਂ ਨੂੰ ਤੁਸੀਂ ਨਲਾਇਕ ਦੱਸਦੇ ਹੋ। ਇਉਂ ਜਿਹੜੇ ਸੱਚੇ ਨਾਮ ਦੇ ਮਾਰਗ ਤੇ ਤੁਰਨ ਵਾਲੇ ਐ ਐਸੇ ਲਾਇਕ ਪੁੱਤਰ ਨੂੰ ਤੁਸੀਂ ਨਲਾਇਕ ਦੱਸਦੇ ਹੋ। ਭਗਤ ਜਗਤ ਕੀ ਰਹਿਤ ਅਜੁਗਤੰ, ਜਿਹੜੇ ਰਾਏ ਬੁਲਾਰ ਜੀ ਕਹਿੰਦੇ ਆ ਭਗਤਾਂ ਦੀ ਤੇ ਜਗਤ ਦੀ ਜਿਹੜੀ ਹੈ ਨਾ ਇਹ ਜੋੜ ਬਣਦਾ ਨਹੀਂ ਹੈ, ਇਹ ਜੋੜ ਕਦੇ ਹੋ ਨਹੀਂ ਸਕਦਾ, ਕਿਉਂਕਿ ਮਹਾਰਾਜ ਨੇ ਵੀ ਕਿਹਾ ਨਾ ਭਗਤਾਂ ਤੇ ਸਹਿ ਸਾਰੀਆ ਜੋੜ ਕਦੇ ਨਾ ਆਇਆ। ਰਾਏ ਬੁਲਾਰ ਜੀ ਕਹਿੰਦੇ ਹੁਣ ਭਗਤਾਂ ਦਾ ਤੇ ਜਗਤ ਦਾ ਜੋੜ ਕਿਵੇਂ ਬੈਠ ਸਕਦਾ ਹੈ। ਇਹ ਜਿਹੜਾ ਹੈ ਨਾ ਇਹ ਜੁੜ ਨਹੀਂ ਇਹਨਾਂ ਦਾ ਬਣਦਾ ਹੈ। ਇੱਕ ਧਨ ਗਾਹਕ ਇੱਕ ਲੈ ਮੁਕਤੰ, ਇੱਕ ਫਿਰ ਧਨ ਦਾ ਗਾਹਕ ਹੈ ਸੰਸਾਰੀ ਤੇ ਇੱਕ ਭਗਤ ਤਾਂ ਜਿਹੜਾ ਹੈ ਉਹ ਮੁਕਤੀ ਦਾ ਗ੍ਰਾਹਕ ਹੈ ਭਾਵ ਮੁਕਤੀ ਦਾ ਇੱਛਕ ਹੈ। ਗਇਓ ਦਰਬ ਜਾਣਿਓ ਨਿਜ ਜੇਤੋ, ਤੇ ਜਿੰਨਾ ਕੁ ਧਨ ਤੁਸੀਂ ਇਹਨਾਂ ਕਰਕੇ ਸਮਝਦੇ ਹੋ ਕਿ ਮੇਰਾ ਚਲਿਆ ਗਿਆ ਭਾਵ ਨਾਸ਼ ਹੋ ਗਿਆ ਏ, ਮੋਹ ਨਿਕਟ ਤੇ ਦੇਵ ਤੇਤੋ, ਓਨਾ ਹੀ ਸਾਰਾ ਧਨ ਮੇਰੇ ਕੋਲੋਂ ਜਿਹੜਾ ਹੈ ਬਾਬਾ ਕਾਲੂ ਜੀ ਲੈ ਲੈਣਾ ਕਰੋ। ਰਾਏ ਦੇਤ ਸੋ ਲੇਤ ਨਾ ਕਾਲੂ, ਤੇ ਬਾਬਾ ਕਾਲੂ ਜੀ ਨੂੰ ਰਾਏ ਬੁਲਾਰ ਜੀ ਦਿੰਦੇ ਪਏ ਐ, ਪਰ ਹੁਣ ਹੋਰ ਵੀ ਸਾਰੇ ਨਗਰ ਦੇ ਲੋਕ ਵੀ ਵੇਖਦੇ ਪਏ ਐ, ਅਮੀਰ ਵਜ਼ੀਰ ਵੀ ਖੜੇ ਐ, ਬੜਾ ਇਕੱਠ ਹੈ, ਰਾਏ ਜੀ ਦੀ ਸਭਾ ਹੈ ਤੇ ਰਾਏ ਬੁਲਾਰ ਜੀ ਦਿੰਦੇ ਐ ਪਰ ਬਾਬਾ ਕਾਲੂ ਜੀ ਲੈਂਦੇ ਨਹੀਂ ਹਨ। ਭਇਓ ਪਰਸਪਰ ਕਹਿਨ ਵਿਸਾਲੂ, ਆਪਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਿਰ ਕਹਿਣਾ ਸੁਣਨਾ ਹੋਇਆ ਏ। ਨਿਰਪਤ ਅਮਾਤਿਆ ਬਾਤ ਮੁਖ ਭਾਖੀ, ਕਦੋਂ ਰਾਜੇ ਰਾਏ ਬੁਲਾਰ ਜੀ ਦੇ ਵਜ਼ੀਰ ਨੇ ਮੁਖ ਤੋਂ ਜਿਹੜਾ ਸੀ ਇਉਂ ਕਹਿਣਾ ਕੀਤਾ, ਆਇਸ ਰਾਏ ਮਨ ਅਬਿਲਾਖੀ, ਕਿ ਹੁਣ ਜਿਹੜਾ ਹੈ ਬਾਬਾ ਕਾਲੂ ਜੀ ਤੁਹਾਨੂੰ ਇਉਂ ਇੱਛਾ ਕਰਨੀ ਚਾਹੀਦੀ ਹੈ, ਤੁਹਾਨੂੰ ਚਾਹੀਦਾ ਹੈ ਕਿ ਰਾਏ ਜੀ ਦੀ ਜਿਹੜੀ ਆਗਿਆ ਉਹ ਮੰਨ ਲੈਣਾ ਕਰੋ, ਹੁਣ ਇਹ ਪੈਸੇ ਲੈ ਲੈਣਾ ਕਰੋ। ਬਾਰ ਬਾਰ ਨਹਿ ਫੇਰ ਕਰੀਜੈ, ਬਾਰ ਬਾਰ ਹੁਣ ਤੁਸੀਂ ਮੋੜਨਾ ਨਾ ਕਰੋ। ਬਿਨ ਵਿਚਾਰ ਬਚ ਬ੍ਰਿਧਨ ਮਨੀਜੈ, ਬਿਨਾਂ ਵਿਚਾਰ ਕੀਤੇ ਤੋਂ ਜਿਹੜੇ ਵੱਡੇ ਹੁੰਦੇ ਆ ਉਹਨਾਂ ਦਾ ਬਚਨ ਮੰਨ ਲੈਣਾ ਚਾਹੀਦਾ ਏ। ਕਬਹੁ ਨ ਚਿਰਕੋ ਉਤਪਲ ਲੋਚਨ, ਤੇ ਰਾਏ ਬੁਲਾਰ ਜੀ ਕਹਿੰਦੇ ਆ ਕਮਲ ਸ਼੍ਰੀ ਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਨੂੰ ਕਦੇ ਵੀ ਝਿੜਕਣਾ ਨਾ ਕਰਿਓ। ਤਬ ਸੁਤ ਸੰਤ ਕੁਬੰਧ ਵਿਮੋਚਨ, ਹੇ ਬਾਬਾ ਕਾਲੂ ਤੁਹਾਡਾ ਪੁੱਤਰ
ਇਹ ਤਾਂ ਖੋਟੇ ਬੰਧਨਾਂ ਨੂੰ ਨਾਸ਼ ਕਰਨ ਵਾਲੇ ਐ, ਸੰਤ ਸਰੂਪ ਹਨ। ਬਹੁਤ ਬਾਰ ਕਹਿ ਰਾਏ ਪ੍ਰਬੀਨੇ, ਬਹੁਤ ਬਾਰੀ ਸਿਆਣੇ ਰਾਏ ਬੁਲਾਰ ਜੀ ਨੇ ਤੇ ਸਮੇਂ ਇਉਂ ਕਹਿਣਾ ਕੀਤਾ ਨਿਜ ਕਰ ਤੇ ਕਾਲੂ ਕਰ ਦੀਨੇ। ਕਿ ਆਪਣੇ ਹੱਥ ਤੋਂ ਬਾਬਾ ਕਾਲੂ ਜੀ ਦੇ ਹੱਥ ਵਿੱਚ ਬਹੁਤ ਜ਼ਬਰਦਸਤੀ ਹੀ ਬਾਬਾ ਕਾਲੂ ਜੀ ਲੈਂਦੇ ਨਹੀਂ, ਪਰ ਉਹ ਪੈਸੇ ਦੇ ਦੇਣਾ ਕੀਤੇ। ਭੂਰ ਬਿਸੂਰਤ ਗਮਨਿਓ ਸਦਨਾ, ਤੇ ਬਹੁਤ ਜ਼ਿਆਦਾ ਝੂਰਦਿਆਂ ਹੋਇਆਂ ਬਾਬਾ ਕਾਲੂ ਜੀ ਫਿਰ ਆਪਣੇ ਘਰ ਨੂੰ ਆ ਗਏ। ਅੰਤਰ ਬੈਸਿਓ ਲੱਜਤ ਬਦਨਾ, ਬਹੁਤ ਜ਼ਿਆਦਾ ਸ਼ਰਮਿੰਦਾ ਮੁਖ ਲੈ ਕਰਕੇ ਨਾ ਘਰ ਦੇ ਅੰਦਰ ਪਿੱਛੇ ਬੈਠ ਗਏ। ਤਲਵੰਡੀ ਜੇਤੇ ਨਰ ਨਾਰੀ, ਤਲਵੰਡੀ ਦੇ ਜਿੰਨੇ ਵੀ ਪੁਰਸ਼ ਇਸਤਰੀਆਂ ਹਨ, ਸੁਣ ਕਰ ਕਹੇ ਵੱਡੋ ਬੁਰਿਆਰੀ। ਤੇ ਸੁਣ ਕਰਕੇ ਸਾਰੇ ਜਿਹੜੇ ਆ ਨਾ ਬਾਬਾ ਕਾਲੂ ਜੀ ਨੂੰ ਬਹੁਤ ਜ਼ਿਆਦਾ ਬੁਰਾ ਕਹਿੰਦੇ ਹਨ। ਪੂਰਬ ਨਿਰਦੈ ਹੋਏ ਸੁਤ ਮਾਰਾ, ਪਹਿਲਾਂ ਤਾਂ ਨਿਰਦਈ ਹੋ ਕਰਕੇ ਆਪਣੇ ਸੰਤ ਸਰੂਪ ਪੁੱਤਰ ਨੂੰ ਮਾਰਨਾ ਕੀਤਾ। ਨਿਰਪਤੇ ਲੈ ਧਨ ਆਏ ਅਗਾਰਾ, ਤੇ ਫਿਰ ਰਾਜੇ ਰਾਏ ਬੁਲਾਰ ਜੀ ਤੋਂ ਧਨ ਲੈ ਕਰਕੇ ਘਰ ਨੂੰ ਆ ਗਏ ਬਾਬਾ ਕਾਲੂ ਜੀ। ਯੁਗਲ ਕੁਕਰਮ ਕੀਨ ਮਨ ਬਿੰਦਹਿ, ਮਨ ਦੇ ਅੰਦਰ ਸੋਚਦੇ ਆ ਸਾਰੇ ਲੋਕ ਕਿ ਇਹ ਦੋ ਜਿਹੜੇ ਆ ਨਾ ਖੋਟੇ ਕੰਮ ਕੀਤੇ ਆ ਬਾਬਾ ਕਾਲੂ ਜੀ ਨੇ। ਜਹ ਤਹ ਕਾਲੂ ਕੋ ਨਰ ਨਿੰਦਹਿ, ਜਿੱਥੇ ਕਿੱਥੇ ਤਲਵੰਡੀ ਦੇ ਲੋਕ ਬਾਬਾ ਕਾਲੂ ਜੀ ਦੇ ਕੀਤੇ ਹੋਏ ਨਾ ਦੋਹਾਂ ਕੰਮਾਂ ਦੀ ਨਿੰਦਾ ਕਰਦੇ ਆ। ਪੁਰ ਮਹਿ ਸੁਨ ਨਿੰਦਾ ਨਿਜ ਸ਼ਰੋਨਾ, ਆਪਣੀ ਨਿੰਦਾ ਆਪਣੇ ਵੱਲੋਂ ਬੁਰੇ ਸ਼ਬਦ ਜਿਹੜੇ ਸੀ ਨਾ ਨਗਰ ਵਾਸੀਆਂ ਦੇ ਕੋਲੋਂ ਆਪਣੇ ਕੰਨਾਂ ਵਿੱਚ ਸੁਣ ਕਰਕੇ ਬਾਬਾ ਕਾਲੂ ਜੀ ਬੋਲ ਨ ਆਵ ਭਇਓ ਮੁਖ ਮੋਨਾ, ਤੇ ਹੁਣ ਕੋਈ ਮੁਖ ਤੋਂ ਬੋਲ ਨਹੀਂ ਆਉਂਦਾ, ਮੁਖ ਤੋਂ ਚੁੱਪੀ ਕਰ ਲਈ ਹੈ, ਚੁੱਪੀ ਧਾਰ ਗਏ ਹਨ। ਦੁਖਤ ਹਿਰਦੈ ਮੈਂ ਹਵੈ ਕਰ ਭਾਰੀ, ਤੇ ਬਹੁਤ ਜ਼ਿਆਦਾ ਇੱਕ ਦਿਨ ਫਿਰ ਆਪਣੇ ਹਿਰਦੇ ਵਿੱਚ ਦੁੱਖ ਧਾਰਨ ਕਰ ਗਏ। ਔਰ ਬਸੂਰ ਕਰ ਪੂਰ ਵਿਚਾਰੀ, ਤੇ ਹਿਰਦੇ ਵਿੱਚ ਝੂਰਦਿਆਂ ਹੋਇਆਂ ਬਹੁਤ ਜ਼ਿਆਦਾ ਫਿਰ ਵਿਚਾਰ ਕਰਨਾ ਕੀਤੀ। ਮਰਨ ਭਲੋ ਜੀਵਨ ਧਿਕ ਮੇਰੋ, ਕਹਿੰਦੇ ਸੋਚਦੇ ਆ ਮੇਰੇ ਜੀਵਨ ਨੂੰ ਤ੍ਰਿਗਾਕਾਰ ਹੀ ਹੈ, ਮੇਰਾ ਤਾਂ ਮਰਨਾ ਹੀ ਭਲਾ ਹੈ। ਜਹ ਤਹ ਅਪਜਸ ਭਇਓ ਕਨੇਰੋ, ਜਿੱਥੇ ਕਿੱਥੇ ਮੇਰਾ ਭਾਰੀ ਜਿਹੜਾ ਹੈ ਨਾ ਉਹ ਅਪਜਸ ਹੋਇਆ, ਨਰਾਦਰ ਹੋਇਆ ਏ। ਲੈ ਕਰ ਦਰਬ ਬੁਲਾਰ ਅਗਾਰਾ, ਲੈ ਕਰਕੇ ਨਾ ਉਹ ਸਾਰਾ ਧਨ ਫਿਰ ਰਾਏ ਬੁਲਾਰ ਜੀ ਦੇ ਘਰ ਵਿੱਚ ਚਲੇ ਗਏ। ਜਾਏ ਪਾਸ ਮੁਖ ਬਚਨ ਉਚਾਰਾ, ਰਾਏ ਜੀ ਦੇ ਕੋਲ ਜਾ ਕਰਕੇ ਉਹ ਮੁਖ ਤੋਂ ਬਚਨ ਕਹਿਣ ਲੱਗੇ ਭੂਪਤ ਲੀਜੈ ਆਪਣੋ ਦਰਬਾਰ, ਹੇ ਰਾਜਾ ਰਾਏ ਬੁਲਾਰ ਜੀ ਆਹ ਆਪਣਾ ਧਨ ਲੈ ਲੈਣਾ ਕਰੋ। ਨਿੰਦਾ ਕਰਤ ਨਗਰ ਮਮ ਸਰਬਾ, ਸਾਰਾ ਨਗਰ ਹੀ ਮੇਰੀ ਬਹੁਤ ਭਾਰੀ ਨਿੰਦਾ ਕਰਦਾ ਹੈ। ਕਹਿਤ ਨਿਰਪਤ ਚਿਤ ਰੋਸ ਵਿਸਾਰੇ, ਤੇ ਚਿੱਤ ਦੇ ਅੰਦਰੋਂ ਰੋਸ ਗੁੱਸਾ ਵਿਸਾਰ ਕਰਕੇ ਤੇ ਸਮੇਂ ਰਾਏ ਬੁਲਾਰ ਜੀ ਬੜੀ ਸ਼ਾਂਤੀ ਨਾਲ ਕਹਿੰਦੇ ਆ ਕਮਲ ਨੈਣ ਤੇ ਲੀਨ ਉਧਾਰੇ, ਕਿ ਹੇ ਬਾਬਾ ਕਾਲੂ ਜੀ ਇਹ ਤਾਂ ਪੈਸੇ ਮੇਰੇ ਨਹੀਂ ਹਨ, ਮੈਂ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਕਮਲ ਵਰਗੇ ਨੇਤਰ ਹਨ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਮੈਂ ਉਧਾਰ ਲਏ ਸੀਗੇ। ਇਹ ਰਾਏ ਬੁਲਾਰ ਜੀ ਕਹਿੰਦੇ ਮੇਰੇ ਨਹੀਂ ਹੈ ਇਹ ਮਾਇਆ, ਮੈਂ ਤਾਂ ਗੁਰੂ ਨਾਨਕ ਸਾਹਿਬ ਤੋਂ ਉਧਾਰ ਲਈ ਸੀਗੀ। ਸੋ ਦੀਨੇ ਜਾਵੋ ਨਿਜ ਸ਼ਾਲਾ, ਤੇ ਉਹ ਹੀ ਮੈਂ ਤੁਹਾਨੂੰ ਦਿੱਤੇ ਐ, ਜਾਓ ਤੁਸੀਂ ਆਪਣੇ ਘਰ ਨੂੰ ਚਲੇ ਜਾਵੋ। ਪੁਨ ਨਾ ਕ੍ਰੋਧ ਕਰ ਸੰਗ ਕਿਰਪਾਲਾ, ਫਿਰ ਕਦੇ ਵੀ ਕਿਰਪਾਲੂ ਜੀ ਨਾਲ ਭਾਵ ਗੁਰੂ ਨਾਨਕ ਸਾਹਿਬ ਨਾਲ ਕ੍ਰੋਧ ਨਾ ਕਰਨਾ। ਹੇ ਕਾਲੂ ਜੀ ਕਦੇ ਗੁੱਸਾ ਨਾ ਕਰਨਾ ਫਿਰ ਉਹਨਾਂ ਦੇ ਉੱਪਰ। ਜਬ ਕੋ ਜਨਮਿਓ ਇਨ ਸੁਧ ਪਾਈ, ਫਿਰ ਬਾਬਾ ਕਾਲੂ ਜੀ ਅੱਗੋਂ ਕਹਿੰਦੇ ਆ ਕਿ ਜਦੋਂ ਦਾ ਜਨਮ ਹੋਇਆ ਤੇ ਹੋਸ਼ ਸੰਭਾਲੀ ਆ ਇਹਨਾਂ ਨੇ। ਇੱਕ ਵਿਰਾਟ ਕਾ ਕਬਹਿ ਨਾ ਖਟਾਈ, ਇੱਕ ਕੌਡੀ ਵੀ ਕਦੇ ਕਮਾ ਕੇ ਨਹੀਂ ਲਿਆਂਦੀ ਹੈ। ਆਨ ਕਹਾਂ ਤੇ ਦੀਨ ਉਧਾਰਾ, ਤੇ ਤੁਹਾਨੂੰ ਰਾਏ ਜੀ ਕਿੱਥੋਂ ਲਿਆ ਕਰਕੇ 20 ਰੁਪਏ ਉਧਾਰ ਦੇ ਦਿੱਤੇ। ਇਉਂ ਜਦੋਂ ਰਾਏ ਜੀ ਨੂੰ ਮੋੜੇ ਆ ਨਾ ਪੈਸੇ ਕਿ ਮੈਂ ਨਹੀਂ ਲੈਣੇ ਬਾਬਾ ਕਾਲੂ ਜੀ ਨੇ ਕਿਹਾ, ਤੇ ਰਾਏ ਜੀ ਅੱਗੋਂ ਸ਼ਰਧਾ ਨਾਲ ਕਹਿੰਦੇ ਤਾਂ ਮੈਂ ਗੁਰੂ ਨਾਨਕ ਸਾਹਿਬ ਤੋਂ ਉਧਾਰ ਲਏ ਸੀਗੇ। ਰਾਜੇ ਹਨ ਉਥੋਂ ਦੇ ਤੇ ਕੀ ਕਹਿ ਰਹੇ ਆ, ਕਹਿੰਦੇ ਆ ਮੈਂ ਗੁਰੂ ਨਾਨਕ ਸਾਹਿਬ ਤੋਂ ਉਧਾਰ ਲਏ ਸੀ ਇਹ ਪੈਸੇ, ਇਸ ਕਰਕੇ ਤੁਸੀਂ ਲੈ ਜਾਓ ਮੇਰੇ ਨਹੀਂ ਹਨ। ਤੇ ਅੱਗੋਂ ਫਿਰ ਮਨ ਦੇ ਅੰਦਰ ਸ਼ੰਕਾ ਧਾਰ ਕੇ ਬਾਬਾ ਕਾਲੂ ਜੀ ਕਹਿੰਦੇ ਰਾਏ ਜੀ ਇਹਨਾਂ ਤਾਂ ਕਦੇ ਇੱਕ ਕੌਡੀ ਵੀ ਨਹੀਂ ਕਮਾਈ,
ਤੇ ਤੁਹਾਨੂੰ ਕਿੱਥੋਂ ਲਿਆ ਕਰਕੇ ਇਹ ਇੰਨੇ ਪੈਸੇ ਉਧਾਰ ਦੇ ਦਿੱਤੇ ਐ? ਧਨ ਖੱਟੇ ਤੋ ਕਿਉ ਹਵੈ ਰਾਰਾ। ਤੇ ਜੇ ਤੁਹਾਨੂੰ ਕਮਾਉਣ ਤਾਂ ਝਗੜਾ ਕਿਉਂ ਹੋਵੇ? ਸੁਨ ਕਾਲੂ ਤੁਝ ਕੋ ਸੁਧ ਨਾਹੀ। ਰਾਏ ਬੁਲਾਰ ਜੀ ਫਿਰ ਕਹਿਣ ਲੱਗੇ ਕਿ ਹੇ ਕਾਲੂ ਜੀ, ਤੁਹਾਨੂੰ ਸੁਧ ਨਹੀਂ, ਤੁਹਾਨੂੰ ਸਾਰ ਨਹੀਂ, ਤੁਹਾਨੂੰ ਖਬਰ ਨਹੀਂ ਹੈ। ਮਾਇਆ ਜਿਤੀ ਪਿਖੋ ਜਗ ਮਾਹੀ। ਇਹ ਸਾਰੇ ਜਗਤ ਅੰਦਰ ਜਿੰਨੀ ਵੀ ਮਾਇਆ ਤੁਸੀਂ ਵੇਖ ਰਹੇ ਹੋ, ਸਭ ਵਰਤੇ ਹੈ ਨਾਨਕ ਅਨੁਸਾਰੀ। ਸਾਰੀ ਮਾਇਆ ਹੀ ਗੁਰੂ ਨਾਨਕ ਸਾਹਿਬ ਜੀ ਦੇ ਅਨੁਸਾਰੀ ਵਰਤ ਰਹੀ ਹੈ। ਮਹਾਰਾਜ ਦੀ ਆਗਿਆ 'ਚ ਸਾਰੀ ਮਾਇਆ ਵਰਤ ਰਹੀ ਹੈ। ਰਾਏ ਬੁਲਾਰ ਜੀ ਨੂੰ ਪਿਆਰ ਕਰਨੇ ਕਰਕੇ ਕਿਹੋ ਜੀ ਗਿਆਨ ਦ੍ਰਿਸ਼ਟੀ ਮਹਾਰਾਜ ਜੀ ਨੇ ਦੇ ਦਿੱਤੀ ਹੈ। ਰਾਏ ਜੀ ਨੂੰ ਜੋ ਵੀ ਪ੍ਰਕਿਰਤੀ ਵਿੱਚ ਹੁੰਦਾ ਦਿਸਦਾ ਹੈ, ਇਹ ਗੁਰੂ ਨਾਨਕ ਸਾਹਿਬ ਦੀ ਆਗਿਆ ਵਿੱਚ ਹੁੰਦਾ ਦਿਸ ਰਿਹਾ ਹੈ। ਰਾਏ ਬੁਲਾਰ ਜੀ ਕਿੱਡਾ ਵੱਡਾ ਉਹਨਾਂ ਨੂੰ ਪ੍ਰਸਾਦ ਪ੍ਰਾਪਤ ਹੋ ਗਿਆ। ਮਹਾਰਾਜ ਦੇ ਪਿਤਾ ਜੀ ਕਹਿੰਦੇ ਕਿ ਕੌਡੀ ਨਹੀਂ ਕਦੇ ਕਮਾਈ, ਤੇ ਰਾਏ ਬੁਲਾਰ ਜੀ ਕਹਿੰਦੇ ਆ ਜਿੰਨੀ ਵੀ ਮਾਇਆ ਸੰਸਾਰ ਦੇ ਅੰਦਰ, ਇਹ ਸਾਰੀ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਵਿੱਚ ਚੱਲਦੀ ਹੈ। ਪਤ ਰਜਾਏ ਜਿਉ ਪਤ ਬ੍ਰਤ ਨਾਰੀ। ਜਿਵੇਂ ਪਤੀ ਵਰਤਾ ਇਸਤਰੀ ਸਦਾ ਆਪਣੀ ਪਤੀ ਦੇ ਰਜਾ ਵਿੱਚ ਚੱਲਦੀ ਹੈ ਨਾ, ਇਵੇਂ ਮਾਇਆ ਗੁਰੂ ਨਾਨਕ ਸਾਹਿਬ ਜੀ ਦੀ ਸਦਾ ਆਗਿਆ ਵਿੱਚ ਚੱਲਦੀ ਹੈ। ਸੰਪਤ ਸਰਬ ਤੁਰੰਗ ਮਤੰਗਾ। ਜੋ ਮੇਰੇ ਘਰ ਦੇ ਅੰਦਰ ਸੰਪਦਾ ਹੈ ਨਾ, ਸਾਰੀ ਘੋੜੇ ਨੇ, ਮੱਝਾਂ, ਗਾਵਾਂ ਨੇ, ਹਾਥੀ ਆਦਿਕ ਹਨ। ਸਿਅੰਦਨ ਆਓ ਸੁਖਪਾਲ ਸੋਰੰਗਾ। ਜਿਹੜੇ ਇਸ ਪ੍ਰਕਾਰ ਰਥ ਹਨ ਤੇ ਸੋਹਣੇ ਸੋਹਣੇ ਰੰਗਾਂ, ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਸੁਖ ਪਾਲਕੀਆਂ ਹਨ। ਔਰ ਜੇ ਮੁਝ ਘਰ ਸਭ ਵਡਿਆਈ। ਅਤੇ ਹੋਰ ਜਿਹੜੀ ਮੇਰੇ ਘਰ ਦੀ ਬੜੀ ਵੱਡੀ ਵਡਿਆਈ ਹੈ, ਬੜਾ ਸਾਨੂੰ ਜਾਣਿਆ ਜਾਂਦਾ ਏ। ਕਮਲ ਨੈਣ ਕੀ ਕਰੁਣਾ ਪਾਈ। ਇਹ ਕਮਲ ਸ਼੍ਰੀ ਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕਰਕੇ ਹੀ ਬਾਬਾ ਕਾਲੂ ਜੀ ਮੈਂ ਸਭ ਕੁਝ ਪਾਇਆ ਹੈ। ਇਹ ਜੋ ਮੇਰੇ ਕੋਲ ਮੱਝਾਂ, ਗਾਵਾਂ, ਹਾਥੀ, ਘੋੜੇ, ਸੁਖ ਪਾਲਕੀਆਂ, ਰਥ ਆਦਿਕ ਦਿਖਦੇ ਆ, ਮੇਰਾ ਸਾਰਾ ਰਾਜ ਇਹ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਕਰਕੇ ਮੈਂ ਪਾਇਆ ਹੈ। ਸੋਰਠਾ ਅਸਬਿਦ ਰਾਏ ਬੁਲਾਰ। ਇਸ ਤਰੀਕੇ ਨਾਲ ਰਾਏ ਬੁਲਾਰ ਜੀ ਕਾਲੂ ਕੋ ਸਮਝਾਵਈ। ਬਾਬਾ ਕਾਲੂ ਜੀ ਨੂੰ ਸਮਝਾਉਂਦੇ ਹਨ। ਬਰ ਸ਼ਰਧਾ ਉਰ ਧਾਰ। ਬਹੁਤ ਜ਼ਿਆਦੀ ਸ੍ਰੇਸ਼ਟ ਸ਼ਰਧਾ ਨੂੰ ਹਿਰਦੇ ਵਿੱਚ ਧਾਰ ਕਰਕੇ ਪਰਮ ਪ੍ਰੇਮ ਉਪਜਾਵਈ। ਬਹੁਤ ਜ਼ਿਆਦਾ ਪ੍ਰੇਮ ਹਿਰਦੇ ਦੇ ਅੰਦਰ ਵਧਾ ਕਰਕੇ ਬੜੀ ਸ਼ਰਧਾ ਨਾਲ ਰਾਏ ਬੁਲਾਰ ਜੀ ਕਹਿੰਦੇ ਐ, ਜਦੋਂ ਇਹ ਸੋਝੀ ਹੋ ਗਈ ਹੈ ਤੇ ਪਤਾ ਰਾਏ ਜੀ ਨੂੰ ਲੱਗ ਗਿਆ ਉਸ ਗਿਆਨ ਦ੍ਰਿਸ਼ਟੀ ਨਾਲ ਕਿ ਸਭ ਕੁਝ ਹੀ ਗੁਰੂ ਨਾਨਕ ਸਾਹਿਬ ਦੇ ਅਨੁਸਾਰੀ ਹੋ ਕਰਕੇ ਵਰਤ ਰਿਹਾ। ਮਹਾਰਾਜ ਤਾਂ ਸਾਰੀ ਕਾਇਨਾਤ ਦੇ ਹੀ ਖਾਵੰਦ ਹਨ, ਮਾਲਕ ਹਨ। ਇਹ ਰਾਏ ਜੀ ਨੂੰ ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਸਭ ਕੁਝ ਗਿਆਨ ਜਿਹੜਾ ਉਹ ਪ੍ਰਾਪਤ ਹੋਇਆ। ਇਉਂ ਬੜੇ ਪਿਆਰ ਦੇ ਵੇਗ ਵਿੱਚ ਆ ਕਰਕੇ ਪ੍ਰੇਮ ਨਾਲ ਭਰੇ ਹੋਏ ਬਚਨ ਰਾਏ ਜੀ ਨੇ ਕਹੇ ਹਨ। ਦੋਹਰਾ ਬਦਨ ਇੰਦ ਛਬ ਮਦਨ ਸਮ। ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮੁਖੜਾ ਹੈ ਉਹ ਚੰਦਰਮਾ ਵਰਗਾ ਪ੍ਰਕਾਸ਼ ਦੇਣ ਵਾਲਾ ਹੈ। ਇਸ ਪ੍ਰਕਾਰ ਕਹਿੰਦੇ ਆ ਕਿ ਜਿਹੜੀ ਸੋਭਾ ਹੈ ਨਾ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜਾ ਹੈ ਉਹ ਕਾਮ ਦੀ ਵੀ ਸੋਭਾ ਜਿਹੜੀ ਹੈ ਉਹ ਘੱਟ ਪੈ ਜਾਂਦੀ ਹੈ। ਇੰਨਾ ਸੁੰਦਰ ਹੈ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਰੂਪ। ਕਦਨ ਕਲੁਖ ਦੁਖ ਮੰਦ। ਸੱਚੇ ਪਾਤਸ਼ਾਹ ਜੀ ਕਲਖ ਪਾਪਾਂ ਨੂੰ ਕਦਨ ਕੱਟਣ ਵਾਲੇ ਐ ਤੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਐ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸਵੇਛਾ ਹਵੈ ਵਿਚਰਤ ਨਗਰ। ਮਹਾਰਾਜ ਆਪਣੀ ਇੱਛਾ ਮੁਤਾਬਕ ਆਪਣੀ ਮੌਜ ਨਾਲ ਹੀ ਹਜੂਰ ਨਗਰ ਦੇ ਅੰਦਰ ਵਿਚਰਦੇ ਆ। ਜਗਤ ਭਗਤ ਦਾ ਆਨੰਦ। ਜਗਤ ਦੇ ਅੰਦਰ ਭਗਤਾਂ ਨੂੰ ਭਗਤੀ ਦਾ ਦਾਨ ਦੇਣ ਵਾਲੇ ਤੇ ਆਤਮਿਕ ਆਨੰਦ ਦਾ ਦਾਨ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਇੱਥੇ ਇਹ ਪ੍ਰਸੰਗ ਦੀ ਸੰਪੂਰਨਤਾ ਹੋਈ ਹੈ। ਅੱਗੇ ਜਿਹੜਾ ਹੈ ਉਹ ਪ੍ਰਸੰਗ ਨਵਾਂ ਆਰੰਭ ਹੋਵੇਗਾ ਅਧਿਆਇ ਤੋਂ। ਇਸ ਕਰਕੇ ਆਪਾਂ ਇੱਥੇ ਅੱਜ ਸਮਾਪਤੀ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਨਾਲ ਜਿਵੇਂ ਇਹ ਵਿਵਹਾਰ ਹੋਇਆ ਤੇ ਰਾਏ ਬੁਲਾਰ ਜੀ ਨੇ ਬਹੁਤ ਸ਼ਰਧਾ ਤੇ ਪਿਆਰ ਨਾਲ ਬਾਬਾ ਕਾਲੂ ਜੀ ਨੂੰ ਸਮਝਾਇਆ ਹੈ। ਅੱਗੇ ਹੁਣ ਬੇਬੇ ਨਾਨਕੀ ਜੀ ਦੇ ਨਾਲ ਜਿਵੇਂ ਸਤਿਗੁਰੂ ਜੀ ਸੁਲਤਾਨਪੁਰ ਲੋਧੀ ਜਾਂਦੇ ਆ, ਬੇਬੇ ਨਾਨਕੀ ਜੀ ਦਾ ਆਨੰਦ ਕਾਰਜ ਕਿਵੇਂ ਹੁੰਦਾ ਉਹ ਸਾਰਾ ਜਿਹੜਾ ਹੈ ਨਾ ਕਥਾ ਪ੍ਰਸੰਗ ਕਬੀਰਾਜ ਜੀ ਕਹਿਣਗੇ, ਸਰਵਣ ਕਰਾਂਗੇ।
ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਬਦਨ ਇੰਦ ਛਬ ਮਦਨ ਸਮ ਕਦਨ ਕਲੁਖ ਦੁਖ ਮੰਦ ਸਵੇਛਾ ਹੈ ਵਿਚਰਤ ਨਗਰ ਜਗਤ ਭਗਤ ਦਾਨੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनाश, हे पूरन हे सर्ब में दुख भंजन गुण तास। हे संगी हे निरंकार, हे निर्गुण सब टेक। हे गोबिंद हे गुण निधान, जाकै सदा बबेक। हे अपरंपर हर हरे है पी होवन हार। हे संतह कै सदा संग निधारा आधार। हे ठाकुर हूँ दासरो, मैं निर्गुण गुण नहीं कोय। नानक दीजै नाम दान, राखो हियै परोए। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो श्रद्धा कर सेवंदे, गुर पार उतारन हार। कथा निता प्रत होत है, सुनो सो सिंह सुजान। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। वाहिगुरु जी का खालसा वाहिगुरु जी की फतेह।